आगम अगोचर सच साहिब मेरा। नानक बोले बुलाया तेरा आगम अगोचर सच साहिब मेरा। नानक बोले बुलाया तेरा। सतनाम श्री वाहिगुरु साहिब जीओ। भुजंग प्रयात चंद अगाधे अबाधे आनंदी स्वरूपे। नमो सर्वमाने समस्ती निधाने। नमस्त्वं निर्नाथे नमस्त्वं परमाथे। नमस्त्वं आगंजे नमस्त्वं अपंजे। नमस्त्वं निर्नाथे नमस्त्वं परमाथे। नमस्त्वं आगंजे नमस्त्वं अपंजे। वाहिगुरु जी का खालसा वाहिगुरु जी की फतेह। परम सत्कार ते सन्मानयोग चबर छत्र तखत दे मालक, जुगो जुग अटल सर्ब सांझीवालता दे पैगंबर, दीन अते दुनिया दे राखे, मनुखता दे सांझे रहबर, गुरता गद्दी ते सुभायमान हलत पलत के रखियक, साहिबे कमाल साहिबे जमाल सरवरे कायनात, कुल दुनिया दे सब तो धार्मिक ग्रंथां विच सर्वोत्तम धन धन साहिब श्री गुरु ग्रंथ साहिब जी महाराज, सतगुरां ने अपार किरपा बख्शिश अपने सारियां ते कीती। अपने पावन पवित्र दरबार दियां हाजरियां बख्शियां, अपनी पावन गोद विच बैठण दा समा बख्शिया। बहुत ही प्यार नाल आप जी ने रब्बी गुरबाणी का कीर्तन सरवण करके अपना मनुखा जीवन सफला करने का यतन किया। आओ कुछ समा सतगुरु कथा राही गुरमत विचारां दा बख्शिश कर रहे ने। इस मिले हुए समय दे विच आपां धन धन साहिब श्री गुरु गोबिंद सिंह साहब पातशाह जी की पावन पवित्र रसना तो उचारण की हुई पावन बाणी श्री जाप साहब की विचार करके होर भी लाहा लैण का यतन करना है, गुरमत सिद्धांतां नाल जुड़ना है, गुरु उपदेश को अपने हिरदे विच वसाउण का यतन करना है, ताकि साडा गुरु चरणों विच आया होया सफल हो सके, साडा जीवन सफल हो सके। नहीं तो संसार दे विच दो पक्ष बड़े अहम ने। एक पदार्थ का पक्ष है, एक परमार्थ का पक्ष है। बहुतात दुनिया पदार्थों विच उलझी पई है, दूसरे पासे भी कमी नहीं, बहुतात दुनिया परमार्थ के रस्ते ते चली हुई है।
ਪਦਾਰਥ ਦੀ ਗੱਲ ਆਏਗੀ, ਸੰਸਾਰ ਨਾਲ ਜੁੜ ਕੇ ਵੇਖਿਆ ਜਾਏਗਾ। ਪਰਮਾਰਥ ਦੀ ਗੱਲ ਆਏਗੀ, ਨਿਰੰਕਾਰ ਨਾਲ ਜੁੜ ਕੇ ਵੇਖਿਆ ਜਾਏਗਾ। ਪਦਾਰਥ ਇਕੱਠੇ ਕਰਨ ਵਾਸਤੇ ਦਿਨ ਰਾਤ ਦੌੜਨਾ ਪੈਂਦਾ ਹੈ, ਪਰਮਾਰਥ ਕਮਾਉਣ ਵਾਸਤੇ ਬੈਠਣਾ ਪੈਂਦਾ ਹੈ। ਪਦਾਰਥਾਂ ਦੀ ਗਰਜ ਸੰਸਾਰ 'ਚੋਂ ਪੂਰੀ ਹੁੰਦੀ ਹੈ, ਪਰਮਾਰਥ ਦੀ ਇੱਛਾ ਰੂਹਾਨੀਅਤ ਨਿਰੰਕਾਰ ਦੇ ਘਰ ਵਿੱਚੋਂ ਪੂਰੀ ਹੁੰਦੀ ਹੈ। ਇਸ ਪਦਾਰਥਵਾਦੀ ਯੁੱਗ ਦੇ ਵਿੱਚ ਜਦੋਂ ਗਹਿਰਾਈ ਵਿੱਚ ਕਿਸੇ ਸੰਸਾਰ ਦੇ ਦੁਨੀਆਦਾਰਾਂ 'ਚ ਨਿਗਾਹ ਮਾਰੋਗੇ, ਹਰ ਇਨਸਾਨ ਤੁਹਾਨੂੰ ਕਿਸੇ ਨਾ ਕਿਸੇ ਗਹਿਰੀ ਚਿੰਤਾ ਦੇ ਵਿੱਚ ਬੈਠਾ ਹੋਇਆ ਨਜ਼ਰ ਆਏਗਾ। ਹੈਰਾਨੀ ਉਸ ਵੇਲੇ ਹੋ ਜਾਂਦੀ ਹੈ ਜਦੋਂ ਵੇਖਣ ਨੂੰ ਕਾਰ ਵੀ ਬਹੁਤ ਮਹਿੰਗੀ 'ਚ ਬੈਠਾ ਹੁੰਦਾ ਹੈ, ਬਾਹਰਲੀਆਂ ਅੱਖਾਂ ਨਾਲ ਵੇਖਦਿਆਂ ਘਰ ਵੀ ਬਹੁਤ ਵੱਡਾ ਤੇ ਸੋਹਣਾ ਹੁੰਦਾ ਹੈ, ਘਰ ਦੇ ਵਿੱਚ ਵੜ ਕੇ ਵੇਖਦਿਆਂ ਪਦਾਰਥਾਂ ਦੀ ਕਮੀ ਨਹੀਂ ਨਜ਼ਰ ਆਉਂਦੀ। ਛਕਣ ਛਕਾਉਣ ਵਾਲੇ ਪਦਾਰਥ, ਪਹਿਨਣ ਲਈ ਕੱਪੜੇ, ਹੋਰ ਸੁੱਖ ਸਹੂਲਤਾਂ ਦਾ ਅੰਤ ਹੀ ਕੋਈ ਨਹੀਂ। ਸੋਣਾ ਇੱਕ ਕਮਰੇ 'ਚ, ਲੇਕਿਨ 8-8 10-10 ਕਮਰੇ ਬਣੇ ਹੋਏ ਆ। ਆਲਾ ਦੁਆਲਾ ਵੇਖ ਕੇ ਫਿਰ ਜਦੋਂ ਉਸ ਇਨਸਾਨ ਦੇ ਚਿਹਰੇ ਨੂੰ ਵੇਖੋ ਤਾਂ ਬੜਾ ਚਿੰਤਾ 'ਚ ਹੈ। ਇੱਥੇ ਇਨਸਾਨ ਫਿਰ ਸੋਚਣ ਲਈ ਮਜਬੂਰ ਹੋ ਜਾਂਦਾ ਵੀ ਸਭ ਕੁਝ ਹੁੰਦਿਆਂ ਹੋਇਆਂ ਚਿੰਤਾ। ਇੱਕ ਬਹੁਤੇ ਗਰੀਬ ਨੂੰ ਵੇਖੋਗੇ ਜਿਹਦੇ ਕੋਲ ਕੁਝ ਵੀ ਨਹੀਂ ਹੈ, ਉਹ ਵੀ ਚਿੰਤਾ 'ਚ ਹੈ। ਜਿਹੜਾ ਦਰਮਿਆਨਾ ਜਿਹਾ ਮਨ ਤਾਂ ਉਹਦਾ ਵੀ ਬਹੁਤ ਡੋਲਦਾ, ਕਦੇ ਦੌੜਦਾ ਭੱਜਦਾ, ਕਦੇ ਰੁਕ ਜਾਂਦਾ, ਕਦੇ ਸਬਰ ਕਰਦਾ, ਕਦੇ ਫਿਰ ਤ੍ਰਿਸ਼ਨਾ ਕਹਿੰਦੀ ਆ ਨਹੀਂ ਮਿਹਨਤ ਕਰ, ਖਬਰਾਂ ਪਹੁੰਚੀ ਜਾਈ ਉੱਥੇ ਤੱਕ। ਕਹਿਣ ਤੋਂ ਭਾਵ ਪਦਾਰਥਵਾਦੀ ਯੁੱਗ ਦੇ ਅੰਦਰ ਪਦਾਰਥਾਂ ਨਾਲ ਜੁੜੇ ਹੋਏ ਜਿਹਨੂੰ ਵੀ ਵੇਖੋਗੇ, ਪਾਤਸ਼ਾਹ ਨੇ ਬਾਣੀ 'ਚ ਫੈਸਲਾ ਕਰ ਦਿੱਤਾ, ਚਿੰਤਤ ਹੀ ਦੀਸੈ ਸਭ ਕੋਇ। ਪਦਾਰਥਾਂ ਨਾਲ ਰੱਜੇ ਪੁੱਜੇ ਕਿਸੇ ਨੂੰ ਵੇਖੋ ਸੰਸਾਰ ਵਿੱਚ, ਪਦਾਰਥਾਂ ਨਾਲ ਜੁੜੇ ਹੋਏ ਸਾਰੇ ਚਿੰਤਾ 'ਚ ਨੇ। ਚਿੱਤ ਹੈ ਏਕ ਤਹੀ ਸੁਖ ਹੋਏ। ਇੰਨਾ ਕੁਛ ਹੁੰਦਿਆਂ ਹੋਇਆਂ ਵੀ ਉਹਨੂੰ ਟਿਕਾ ਨਹੀਂ, ਚੈਨ ਨਹੀਂ, ਚਿੰਤਾ ਤੋਂ ਮੁਕਤ ਨਹੀਂ ਹੈ। ਤਾਂ ਉਹਨੂੰ ਪਾਤਸ਼ਾਹ ਕਹਿੰਦੇ ਆ ਚਿੱਤ ਹੈ ਏਕ, ਇੱਕ ਨੂੰ ਸਿਮਰ, ਇੱਕ ਨੂੰ ਯਾਦ ਕਰ, ਇੱਕ ਦਾ ਧਿਆਨ ਧਰ, ਇੱਕ ਨੂੰ ਆਪਣੀ ਸੁਰਤ ਵਿੱਚ ਲੈ ਕੇ ਆ। ਜਿਹਨੇ ਤੈਨੂੰ ਇੰਨੇ ਪਦਾਰਥ ਦਿੱਤੇ ਨੇ, ਜਿਹਨੇ ਤੈਨੂੰ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ, ਉਹਨੂੰ ਕਿਉਂ ਭੁੱਲ ਰਿਹਾ? ਬਸ ਇਹੀ ਤੇਰੀ ਚਿੰਤਾ ਦਾ ਕਾਰਨ ਹੈ। ਇਸੇ ਕਰਕੇ ਹੀ ਵੱਡੀ ਚਿੰਤਾ ਤੇਰੇ ਜੀਵਨ 'ਚ ਬਣੀ ਹੋਈ ਹੈ। ਜਿਹਨੇ ਤੈਨੂੰ ਇੰਨਾ ਕੁਛ ਦਿੱਤਾ, ਤੂੰ ਉਹਨੂੰ ਯਾਦ ਨਹੀਂ ਕਰ ਰਿਹਾ, ਤਾਂ ਕਰਕੇ ਤੂੰ ਇੰਨੇ ਪਦਾਰਥ ਔਰ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਉਹਨਾਂ ਨੂੰ ਮਾਣ ਨਹੀਂ ਸਕਦਾ। ਇੰਨੇ ਸੁੱਖਾਂ 'ਚ ਰਹਿੰਦਿਆਂ ਹੋਇਆਂ ਵੀ ਤੈਨੂੰ ਸੁੱਖ ਮਹਿਸੂਸ ਨਹੀਂ ਹੋ ਰਿਹਾ। ਉਹਦਾ ਕਾਰਨ ਇਹ ਹੈ ਕਿ ਜਿਹਨੇ ਸਭ ਕੁਝ ਦਿੱਤਾ ਉਹਨੂੰ ਭੁੱਲ ਗਿਆ। ਚਿੱਤ ਹੈ ਏਕ ਤਹੀ ਸੁਖ ਹੋਏ। ਪਾਤਸ਼ਾਹ ਕਹਿੰਦੇ ਉਸ ਇੱਕ ਨੂੰ ਯਾਦ ਕਰ, ਤਾਂ ਤੈਨੂੰ ਆਤਮਿਕ ਸੁੱਖ ਮਿਲੇਗਾ। ਜੇ ਪਦਾਰਥਵਾਦੀ ਯੁੱਗ ਨੂੰ ਵੇਖੀਏ ਤਾਂ ਮਹਾਰਾਜ ਸਾਹਿਬ ਕਹਿੰਦੇ ਪਦਾਰਥ ਜੇ ਬੰਦੇ ਕੋਲ ਇੰਨੇ ਹੋਣ, ਕਿੰਨੇ ਨਦੀਆਂ ਹੋਵੇ ਧੇਣਵਾ, ਸੁੰਮ ਹੋਵੇ ਦੁੱਧ ਘੀਓ। ਜੇ ਸਾਰੀਆਂ ਨਦੀਆਂ ਮਹਾਰਾਜ ਕਹਿੰਦੇ ਮੇਰੇ ਵਾਸਤੇ ਗਾਵਾਂ ਬਣ ਜਾਣ, ਧੇਣਵਾ ਦੁੱਧ ਦੇਣ ਵਾਲੀ ਗਾਂ, ਪਾਣੀ ਦੇ ਚਸ਼ਮੇ ਦੁੱਧ ਤੇ ਘਿਓ ਦੇ ਚਸ਼ਮੇ ਬਣ ਜਾਣ,
सगली धरती शक्कर होवे, खुशी करे नित जियो, सारी जमीन शक्कर बन जाए। शक्कर मिठी हुंदी है। इन्हां पदार्थां नूं वेख के मेरी जिंद, मेरा मन इन्ना खुश होवे। पर्वत सोयना रूपा होवे, हीरे लाल जड़ाओ। ये पदार्थां दी गल, इन्ने पदार्थ होण, इन्ने सुख होण, जे हीरे ते लालां नाल जड़िया होया सोने ते चांदी दा पहाड़ बन जाए ते मैनूं मिल जाए। पर महाराज कहंदे आ, भी तू है सालाहना, आखण लह ना चाओ। तां भी हे प्रभु मैं इन्हां पदार्थां विच ना फसा, मैनूं तेरी याद आउणी चाहीदी आ। तेरी याद तो बिना इन्ने पदार्थ मेरे लिए व्यर्थ ने। सतगुरु सानू इत्थे खड़ा रहे आ। महाराज कहंदे ये नहीं कि पदार्थवादी युग दे विच सिख कोले पदार्थ ही ना होण, ये तां गल कही नहीं। तुसीं पूर्वी इलाके दे वल वेखो, बड़े राजे महाराजे सी जिहड़े राज भाग छड्ड के जोगी बने। महात्मा बुद्ध भी राजकुमार है, महावीर जैन भी राजकुमार है, भरतरी जोगी होनी राजकुमार ने। राज भाग पदार्थ छड्ड के वो जोग मत विच आया, कोई परमार्थ दे रस्ते ते आया, कोई रब नूं मिलण चलिया, चलो कामयाबी मिली, पर एक पासा छड्ड के आए। सतगुरु पातशाह ने सानू इवें नहीं कहा भी जां तू परमार्थी हो ते जां तू पदार्थवादी युग विच जी। नहीं, परमार्थ भी होवे पदार्थ भी होण। जुड़ना परमार्थ नाल है, पदार्थां विच रह के जुड़ना है। जे पदार्थ ही ना होए फिर तां तेरी चिंता 24 घंटे ध्यान तां संसार दीयां लोड़ां पूरीआं करन विच ही लग्या रहेगा, अपने जीवन दीयां लोड़ां पूरीआं करन विच ही लग्या रहेगा। सतगुरु कहंदे मैं ये कह रहा, पदार्थ होण, घर परिवार औलाद गड्डियां सब कुछ तेरे कोल होवे, इन्ना कुछ तेरे कोल होवे ते रब दी याद भी तेरे कोल होवे, बस इन्ना ही काम है। सतगुरु कहंदे मेरा तेनों कहना ये नहीं, मैं कहंदा तू गरीब होवे तेरे कोल होवे ही कुछ ना, फिर तू मैनूं याद करे। पदार्थां विच रह के परमार्थ कमा, पकड़ नहीं पदार्थां विच होण। जदों परमार्थ कोले होएगा पकड़ बनेगी नहीं। पातशाह का एक होर बचन है, बसंत स्वर्ग लोक है, जित ते पृथ्वी नवखंडन है। तेरे कोले हो जे स्वर्गां वर्गे इत्थे स्वर्ग, स्वर्गां वर्गे घर होण, स्वर्गां वर्गे रिश्ते होण। तू जिउंदे जी अपने जीवन दे विच स्वर्ग भोगे। कोई मरण तो बाद मुक्ति की गल करदा है, कोई कहंदा पदार्थ छड्ड तां परमार्थ का आनंद आएगा। मारे कहंदे नहीं, हसंदियां खलंदियां पहनंदियां खवंदियां विचे होवे मुक्त। सारा कुछ खा पी हंडा ते विच ही ओदे मुक्ति, विच ही ओदे आनंद मान, विच ही परमात्मा नूं याद कर। बिसरंत हर गोपाल है नानक ते प्राणी उद्यान भरमण है। पर जे जगत दे रखक प्रभु नूं विसार देवे तां ओ मनुख मानो एक जंगल विच भटक रहे ने, जिन्हां कोले स्वर्ग वर्गे सुख तां है ने पर रब दी याद नहीं। इन्ना कुछ होंदियां भी एक उजाड़, एक जंगल दे विच जीवन बतीत करन दी तरह उन्हां दा जीवन लंघ रहा रब्बी याद तो बिना। कौतक कोड तमाशिया चेतना आवस ना हो। महाराज कहंदे संसार दे करोड़ां तमाशियां दे कारण जे परमेश्वर दा नाम तेरी याद विच ना रवे, नानक कोड़ी नरक बराबरे उजड़ सोई थाओ। तां महाराज कहंदे ओ थां जिहड़े ने उजाड़ समझो, ओ थां भयानक एक नरक दे बराबर ने, जिहदे कोले इन्ने सुख शांति दे रहण वाले घर महल होण, गोठियां गड्डियां कारां पदार्थ पैसा, लेकिन रब्बी याद तो बिना ओ उजाड़ है। कबीर साहब का भी एक बचन है, कबीर जा कर साधना सेवी है, हर की सेवा ना है, ते घर मर हट सारखे भूत वसै तन माहे। जेड़े घरां विच रब दी याद नहीं, परमेश्वर दी पूजा नहीं हुंदी, गुरु नूं सिमरिया नहीं जांदा, गुरु दा शुकराना नहीं हुंदा, ओ घर एक कब्रस्तान दी तरह ते ओदे विच रहण वाले मरे कहंदे भूत प्रेत ने। रब्बी बाणी दा फैसला है। जेड़े कल्ले पदार्थां नाल जुड़ गए, मारे कहंदे जे पदार्थां नाल ही कल्ले जुड़े, बाबा श्री चंद साहब, बाबा दातू जी, बाबा दासू जी, बाबा मोहन जी, बाबा मोरी जी, इन्हां नूं सिर्फ लग रहा गुरदा गद्दी ते बैठिए ते पदार्थ आउणगे। चलो बाबा श्री चंद महाराज जी तां
151 ਸਾਲ ਦੀ ਉਮਰ ਫਿਰ ਭਗਤੀ ਦੇ ਉਹ ਪੂਰਨੇ ਪਾਏ, ਤਪੱਸਿਆ ਦੇ ਉਹ ਪੂਰਨੇ ਪਾਏ, ਇੱਕ ਉਦਾਸੀਨ ਮਤ ਦੀ ਸ਼ੁਰੂਆਤ ਕੀਤੀ। ਪਰਮਾਤਮਾ ਦੀ ਰਜ਼ਾ ਵਿੱਚ ਹੈ ਸਾਰਾ ਕੁਝ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇੰਨੇ ਪ੍ਰਭਾਵਿਤ ਹੋਏ, ਆਪਣੇ ਵੱਡੇ ਸੁਪੁੱਤਰ ਨੂੰ ਬਾਬਾ ਸ਼੍ਰੀ ਚੰਦ ਸਾਹਿਬ ਨੂੰ ਸੌਂਪ ਦਿੱਤਾ, ਬਾਬਾ ਗੁਰਦਿੱਤਾ ਜੀ। ਅੱਜ ਬਾਬਾ ਗੁਰਦਿੱਤਾ ਜੀ ਦਾ ਸਥਾਨ ਤੁਸੀਂ ਕੀਰਤਪੁਰ ਸਾਹਿਬ ਦੇ ਉੱਪਰਲੇ ਪਾਸੇ ਦਰਸ਼ਨ ਕਰਦੇ ਹੋ। ਬਾਬਾ ਸ਼੍ਰੀ ਚੰਦ ਮਹਾਰਾਜ ਦੇ ਕਿੰਨੇ ਧੂਣੇ ਜਿਹੜੇ ਨੇ ਉਹ ਚੱਲ ਰਹੇ ਨੇ, ਨਿਰੰਤਰ ਅਖੰਡ ਚੱਲ ਰਹੇ ਨੇ। ਕਿੰਨੀ ਤਪੱਸਿਆ ਦਾ ਅੱਜ ਉਹਨਾਂ ਦਾ ਪ੍ਰਤਾਪ ਹੈ। ਚਲੋ ਸਾਡੇ ਕਈ ਲੋਕ ਉਹਨਾਂ ਨੂੰ ਮਾੜਾ ਚੰਗਾ ਵੀ ਕਹਿ ਰਹੇ ਆ, ਪਰ ਤਪੱਸਿਆ ਵੇਖੋ ਉਹਨਾਂ ਦੀ ਕਿੰਨੀ ਹੈ। ਪਰ ਕੁਝ ਗੁਰੂ ਸੁਪੁੱਤਰ ਪਦਾਰਥ ਦੇ ਤੱਕ ਸੀਮਤ ਹੋ ਗਏ। ਬਾਬਾ ਪਿਰਥੀ ਚੰਦ ਸਾਹਿਬ ਨੂੰ ਗੁਰਤਾ ਗੱਦੀ ਕਿਉਂ ਨਹੀਂ ਮਿਲੀ? ਕਿਉਂਕਿ ਇਕੱਲੇ ਪਦਾਰਥਾਂ ਤੱਕ ਸੀਮਤ ਹੋ ਗਏ। ਗੁਰੂ ਬਣਨਾ ਪਦਾਰਥ ਆਉਣਗੇ, ਇਸ ਤੋਂ ਅੱਗੇ ਚੱਲੇ ਨਹੀਂ। ਮਹਾਰਾਜ ਸਾਹਿਬ ਕਹਿੰਦੇ ਮੈਨੂੰ ਇੱਕ ਵੀ ਗੁਣ ਇਹੋ ਜਿਹਾ ਨਜ਼ਰ ਨਹੀਂ ਆ ਰਿਹਾ ਪਿਰਥੀ ਚੰਦ ਜਿਹਦੇ ਕਰਕੇ ਤੈਨੂੰ ਗੁਰਤਾ ਗੱਦੀ ਦੇਵਾਂ। ਤੇਰਾ ਧਿਆਨ ਤਾਂ 24 ਘੰਟੇ ਮਾਇਆ ਵਿੱਚ ਹੈ, ਤੇਰਾ ਧਿਆਨ ਤਾਂ 24 ਘੰਟੇ ਪਦਾਰਥਾਂ ਵਿੱਚ ਹੈ। ਗੁਰਤਾ ਗੱਦੀ ਦਾ ਸੰਬੰਧ ਪਰਮਾਰਥ ਨਾਲ ਹੈ। ਪਦਾਰਥਾਂ ਨੇ ਆਉਣਾ, ਲੇਕਿਨ ਜੁੜਨਾ ਪਦਾਰਥਾਂ ਨਾਲ ਨਹੀਂ, ਜੁੜਨਾ ਪਰਮਾਰਥ ਨਾਲ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜਦੋਂ ਬਾਬੇ ਬਕਾਲੇ 22 ਮੰਜੀਆਂ ਲੱਗੀਆਂ, ਬਾਬਾ ਮੱਖਣ ਸ਼ਾਹ ਸਭ ਨੂੰ ਭੇਟਾ ਰੱਖ ਰਿਹਾ ਹੈ, ਤੇ ਉਹਨਾਂ ਨੇ ਜਿਹੜੇ ਏਜੰਟ ਖੜਾਏ ਨੇ ਬਾਹਰ, ਉਹ ਇਸੇ ਕਰਕੇ ਖੜਾਏ ਆ ਵੀ ਜਿਹੜੀ ਸੰਗਤ ਦੂਰੋਂ ਨੇੜਿਓਂ ਆ ਰਹੀ ਆ, ਜੋ ਪਦਾਰਥ ਲੈ ਕੇ ਆ ਰਹੀ ਹੈ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ। ਰੌਲਾ ਸਾਰਾ ਪਦਾਰਥਾਂ ਦਾ। ਔਰ ਧੀਰ ਮੱਲ ਤੇ ਸ਼ੀਹੇ ਮਛੰਦ ਨੇ ਰਲ ਕੇ ਗੋਲੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਸੇ ਕਰਕੇ ਚਲਾਈ, ਕਿਉਂਕਿ ਜਦੋਂ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਪਦਾਰਥਾਂ ਦੇ ਢੇਰ ਲੱਗ ਗਏ, ਭੇਟਾਵਾਂ ਦੇ ਢੇਰ ਲੱਗ ਗਏ, ਸੁਗਾਤਾਂ ਦੇ ਢੇਰ ਲੱਗ ਗਏ, ਕੱਪੜੇ ਦੀ ਕਿਸੇ ਗੱਲ ਦੀ ਕੋਈ ਕਮੀ ਨਾ ਰਹੀ, ਪਦਾਰਥਾਂ ਨੂੰ ਵੇਖ ਕੇ ਗੋਲੀਆਂ ਚਲਾ ਦਿੱਤੀਆਂ। ਤੇ ਜਦੋਂ ਉੱਥੋਂ ਸਭ ਕੁਝ ਲੈ ਕੇ ਜਾਣ ਲੱਗੇ, ਪਦਾਰਥ ਲੁੱਟ ਕੇ ਲੈ ਕੇ ਗਏ ਨੇ ਉਹ ਬਾਬੇ ਬਕਾਲੇ ਤੋਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੀ ਲਗਾਏ, ਲੇਕਿਨ ਸਾਰੇ ਪਦਾਰਥ, ਸਾਰੀਆਂ ਭੇਟਾਵਾਂ ਲੈ ਗਏ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਭਾਈ ਜਿਹਨੂੰ ਪਦਾਰਥ ਚਾਹੀਦੇ ਉਹਨੂੰ ਪਦਾਰਥ ਦੇ ਦਿਓ, ਜਿਨ੍ਹਾਂ ਨੂੰ ਪਰਮਾਰਥ ਚਾਹੀਦਾ ਉਹਨਾਂ ਨੂੰ ਪਰਮਾਰਥ ਦੇ ਦਿਓ। ਜਿਹੜੇ ਪਦਾਰਥਾਂ ਤੱਕ ਰੁਕੇ ਉਹ ਪਦਾਰਥਾਂ ਵਿੱਚ ਹੀ ਉਲਝ ਗਏ। ਬਾਬਾ ਰਾਮ ਰਾਏ ਜੀ ਦਾ ਧਿਆਨ ਪਦਾਰਥਾਂ ਵੱਲ ਗਿਆ, ਪਦਾਰਥਵਾਦੀ ਹੋ ਗਏ, ਗੁਰੂ ਘਰ ਤੋਂ ਵੀ ਬੇਮੁਖ ਹੋ ਕੇ ਰਹੇ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਪਰਮਾਰਥਵਾਦੀ ਹੋ ਗਏ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਬਣ ਗਏ। ਮਸ਼ੰਦ ਇਸੇ ਕਰਕੇ ਮਹਾਰਾਜ ਨੂੰ ਫੂਕਣੇ ਪਏ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੂੰ। ਪਦਾਰਥਾਂ ਦਾ ਪ੍ਰਭਾਵ ਜੀਵਨ 'ਚ ਜ਼ਿਆਦਾ ਆ ਗਿਆ, ਪਦਾਰਥਵਾਦੀ ਹੋ ਗਏ। ਸੰਗਤਾਂ ਦੇ ਘਰਾਂ 'ਚ ਜਾਂਦੇ ਆ, ਜਬਰਨ ਕਿਰਤੀਆਂ ਬਿਰਤੀਆਂ ਤੋਂ ਸਭ ਕੁਝ ਪਦਾਰਥ ਧੱਕੇ ਨਾਲ ਲੈ ਕੇ ਆਉਂਦੇ ਆ। ਜੇ ਕੋਈ ਥੋੜਾ ਦਿੰਦਾ ਬੇਇੱਜ਼ਤੀ ਕਰਦੇ ਆ, ਮਾਰਦੇ ਆ, ਗਾਲਾਂ ਦਿੰਦੇ ਆ ਉਹਨਾਂ। ਤੇ ਜੋ ਕੁਝ ਵੀ ਹੈ ਸਾਰਾ ਕੁਝ ਲਿਜਾ ਆਪਣੇ ਘਰਾਂ 'ਚ, ਸੋਨਾ ਚਾਂਦੀ ਹੀਰੇ ਜਵਾਹਰਾਤ ਜੋ ਕੁਝ ਮਿਲਦਾ, ਧਿਆਨ ਪਦਾਰਥਾਂ ਤੇ ਜਾ ਕੇ ਰੁਕ ਗਿਆ। ਪਦਾਰਥਾਂ ਤੇ ਰੁਕੋਗੇ ਤਾਂ ਪਰਮਾਰਥ ਨਹੀਂ ਮਿਲੇਗਾ। ਪਦਾਰਥਾਂ ਵਿੱਚ ਰਹਿ ਕੇ ਉਸ ਪਰਮਾਤਮਾ ਨਾਲ ਜੁੜੋ ਜਿਹਨੇ ਪਦਾਰਥ ਦਿੱਤੇ ਨੇ। ਪਾਤਸ਼ਾਹ ਨੇ ਸਾਨੂੰ ਇਸ ਗੱਲੋਂ ਨਹੀਂ ਰੋਕਿਆ ਕਿ ਜਾਂ ਪਦਾਰਥ ਛੱਡ ਜਾਂ ਪਰਮਾਰਥ ਛੱਡ। ਸਾਡਾ ਲੋਕ ਵੀ ਸਵਾਰਿਆ ਗੁਰੂ ਸਾਹਿਬ, ਸਾਡਾ ਪਰਲੋਕ ਵੀ ਸਵਾਰ ਰਿਹਾ। ਲੋਕ ਤੇ ਪਰਲੋਕ ਦੋਵਾਂ ਦੀ ਗੱਲ ਹੈ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਪਰ ਸਾਡੇ ਕਈ ਵਾਰ ਮਨ 'ਚ ਬਣ ਜਾਂਦਾ ਵੀ ਭਾਈ ਜੇ ਰੱਬ ਨੂੰ ਮਿਲਣਾ ਫਿਰ ਘਰ ਪਰਿਵਾਰ ਸਭ ਛੱਡਣਾ ਹੀ ਪਏਗਾ। ਅਸੀਂ ਵੀ ਉਹ ਜੋਗ ਮਤ ਵਾਲਿਆਂ ਦੀ ਰੀਸ ਕਰਨ ਲੱਗ ਪੈਂਦੇ ਹਾਂ। ਜੇ ਅਸੀਂ ਰੱਬ ਨੂੰ, ਸਾਡੇ ਧਰਮ ਵਿੱਚ ਵੀ ਜੇ ਆਪਾਂ ਰੱਬ ਨੂੰ ਮਿਲਣਾ ਤਾਂ ਵਿਆਹ ਨਾ ਕਰਾਓ, ਰੱਬ ਮਿਲੇਗਾ। ਘਰ-ਬਾਰ ਛੱਡ ਦਿਓ, ਮਾਂ-ਬਾਪ ਛੱਡ ਦਿਓ, ਜੰਗਲਾਂ ਬੇਲਿਆਂ 'ਚ ਜਾ ਕੇ, ਡੇਰਿਆਂ ਵਿੱਚ ਜਾ ਕੇ, ਆਸ਼ਰਮਾਂ ਵਿੱਚ ਜਾ ਕੇ ਰਹੋ। ਲੇਕਿਨ ਗੁਰਮਤਿ ਨੇ ਇਹੋ ਜਿਹਾ ਸਿਧਾਂਤ ਨਹੀਂ ਦਿੱਤਾ। ਸਤਿਗੁਰੂ ਕਹਿੰਦੇ ਨੇ ਨਹੀਂ, ਨਾਨਕ ਘਰ ਬੈਠਿਆਂ ਜੋਗ ਪਾਈ ਹੈ। ਸਤਿਗੁਰੂ ਕਹਿ ਉਪਦੇਸ਼, ਗੁਰੂ ਦਾ ਉਪਦੇਸ਼ ਜੋ ਤੈਨੂੰ ਮਿਲਦਾ ਹੈ ਉਹਨੂੰ ਸੁਣ, ਫਿਰ ਉਹਨੂੰ ਸਮਝ, ਫਿਰ ਉਹਨੂੰ ਕਮਾ, ਉਹਦੇ ਵਿੱਚ ਹੀ ਸਮਾ। ਦਸਾਂ ਨੋਹਾਂ ਦੀ ਕਿਰਤ ਕਰ, ਪਰਿਵਾਰ ਨੂੰ, ਬੱਚਿਆਂ ਨੂੰ ਪਾਲ, ਆਪਣੀ ਧਰਮ ਸੁਪਤਨੀ ਦੇ ਜਿਹੜੇ ਫਰਜ਼ ਨੇ ਉਹਨਾਂ ਨੂੰ ਸਮਝ, ਆਪਣੀ ਔਲਾਦ ਦੇ ਫਰਜ਼, ਜੋ ਮਾਂ ਬਾਪ ਪ੍ਰਤੀ ਤੇਰਾ ਫਰਜ਼ ਹੈ ਉਹਨੂੰ ਸਮਝ, ਜਿਨ੍ਹਾਂ ਤੋਂ ਤੂੰ ਹੱਕ ਮੰਗਿਆ ਸਾਰੀ ਜ਼ਿੰਦਗੀ, ਉਹਨਾਂ ਨੂੰ ਸੰਭਾਲਣਾ ਹੁਣ ਤੇਰਾ ਫਰਜ਼ ਬਣਦਾ ਹੈ। ਜਿਵੇਂ ਵੇਖਦੇ ਆ ਨਾ ਅਸੀਂ ਪਿੰਡਾਂ ਦੇ ਵਿੱਚ ਵਿਆਹਾਂ ਦੇ ਮੌਕੇ ਘਰਾਂ 'ਚੋਂ ਭਾਜੀ ਆਉਂਦੀ ਹੈ, ਤੇ ਜਦੋਂ ਆਪਣੀ ਭਾਜੀ ਦੇਣ ਦੀ ਵਾਰੀ ਆਉਂਦੀ ਹੈ ਫਿਰ ਸਿਆਣੇ ਘਰ ਦੇ ਗੱਲ ਕਰਦੇ ਆ ਵੀ ਪਹਿਲਾਂ ਦੇਖੋ ਭਾਜੀ ਕਿਹਦੇ ਕਿਹਦੇ ਘਰੋਂ ਆਈ ਆ, ਵਾਪਸ ਉਹਨਾਂ ਦੇ ਘਰਾਂ ਪਹਿਲਾਂ ਭਾਜੀ ਦੇ ਕੇ ਆਓ।
ਭਾਜੀ ਜੀ ਤੋਂ ਲਈ ਜਾਂਦੀ ਆ ਤੇ ਉਹਨਾਂ ਦੇ ਭਾਜੀ ਦਿੱਤੀ ਵੀ ਜਾਂਦੀ ਹੈ। ਮਾਪਿਆਂ ਨੇ ਸਾਨੂੰ ਬਚਪਨ ਵਿੱਚ ਪਾਲਿਆ ਪਲੋਸਿਆ, ਸਾਡੇ ਸਿਰੋਂ ਭਾਜੀ ਹੈ। ਹਰ ਦੁੱਖ ਸੁੱਖ ਝੱਲ ਕੇ ਸਾਡੀ ਪਰਵਰਿਸ਼ ਕੀਤੀ, ਗਿੱਲੀਆਂ ਥਾਵਾਂ ਤੇ ਆਪ ਪਏ, ਸੁੱਕੀਆਂ ਤੇ ਸਾਨੂੰ ਪਾਇਆ। ਆਪਣੇ ਸੁੱਖ ਆਰਾਮ, ਆਪਣੀਆਂ ਲੋੜਾਂ, ਆਪਣੀਆਂ ਜ਼ਰੂਰਤਾਂ ਪਾਸੇ ਰੱਖ ਕੇ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ। ਉਹਨਾਂ ਦੀ ਸਾਡੇ ਸਿਰ ਭਾਜੀ ਹੈ। ਅੱਜ ਉਹ ਬਜ਼ੁਰਗ ਹੋ ਗਏ ਤੇ ਸਾਡਾ ਫਰਜ਼ ਬਣਦਾ ਭਾਜੀ ਜਿੱਥੋਂ ਆਈ ਹੋਵੇ ਉੱਥੇ ਪਹਿਲਾਂ ਦੇਈਦੀ ਹੈ। ਜਿਨ੍ਹਾਂ ਨੇ ਬਚਪਨ 'ਚ ਸਾਨੂੰ ਪਾਲਿਆ ਸੰਭਾਲਿਆ, ਹੁਣ ਸਾਡਾ ਕੰਮ, ਸਾਡਾ ਫਰਜ਼ ਬਣਦਾ ਉਹਨਾਂ ਨੂੰ ਪਾਲੀਏ ਤੇ ਸੰਭਾਲੀਏ, ਉਹਨਾਂ ਦੀ ਸੰਭਾਲ ਕਰਨਾ, ਕਿਉਂਕਿ ਭਾਜੀ ਆਈ ਹੈ ਉੱਥੋਂ। ਪਰ ਜਦੋਂ ਉਹਨਾਂ ਨੂੰ ਲੋੜ ਪੈਂਦੀ ਆ ਤੇ ਇੰਨੇ ਅੱਜ ਦੇ ਬੱਚੇ ਪਰੇਸ਼ਾਨ ਹੋ ਜਾਂਦੇ ਆ, ਕਹਿੰਦੇ ਬਿਰਧ ਆਸ਼ਰਮ ਛੱਡਿਓ। 2 ਟਾਈਮ ਰੋਟੀ ਦੇਣੀ ਔਖੀ ਆ, 2 ਟਾਈਮ ਦਵਾਈ ਦੇਣੀ ਔਖੀ ਲੱਗਦੀ ਆ, ਕੇਅਰ ਟੇਕਰ ਛੱਡੇ ਜਾਂਦੇ ਆ ਕੋਲ। ਪਰ ਮਾਪਿਆਂ ਨੇ ਤਾਂ ਕੇਅਰ ਟੇਕਰ ਨਹੀਂ ਨਾ ਛੱਡੇ ਸੀ, ਉਹ ਤਾਂ ਆਪ ਸਰਾਣੇ ਖੜੇ। ਆਪ ਮਾਂ ਨੇ ਆਪਣੇ ਸਾਰੇ ਕੰਮ ਜ਼ਰੂਰੀ ਸਾਰਾ ਕੁਝ ਛੱਡ ਕੇ ਬੱਚਿਆਂ ਵੱਲ ਧਿਆਨ ਦਿੱਤਾ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਦਾਰਥਵਾਦੀ ਯੁੱਗ ਨੇ ਇਨਸਾਨ ਇੰਨਾ ਗਰਜੀ ਫਰਜੀ ਬਣਾ ਦਿੱਤਾ, ਇੰਨਾ ਮਤਲਬੀ ਬਣਾ ਦਿੱਤਾ। ਮਾਂ ਬਾਪ ਤਾਂ ਚਲੋ ਜਦੋਂ ਰੱਬ ਦੀ ਗੱਲ ਕਰਾਂਗੇ ਫਿਰ ਇੱਕ ਛੋਟੀ ਗੱਲ ਹੋ ਜਾਏਗੀ, ਇਹ ਤਾਂ ਪਰਮਾਤਮਾ ਨੂੰ ਭੁੱਲ ਗਿਆ ਜਿਹਨੇ ਸਭ ਕੁਝ ਦਿੱਤਾ, ਜਿਹਨੇ ਪਦਾਰਥ, ਜਿਹਨੇ ਜੀਵਨ, ਜਿਹਨੇ ਸੰਸਾਰ, ਜਿਹਨੇ ਘਰ ਪਰਿਵਾਰ ਸਾਰਾ ਕੁਝ ਦਿੱਤਾ, ਉਹਨੂੰ ਵੀ ਭੁੱਲ ਗਿਆ, ਉਹਦਾ ਵੀ ਸ਼ੁਕਰਾਨਾ ਨਹੀਂ ਕਰ ਰਿਹਾ। ਤੋ ਮਹਾਰਾਜ ਸਾਹਿਬ ਕਹਿੰਦੇ ਭਾਈ ਪਰਮਾਰਥ ਕਮਾ, ਲੇਕਿਨ ਪਰਮਾਰਥ ਕਮਾਉਣ ਲਈ ਤੈਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ, ਬਾਹਰ ਭੱਜਣ ਦੀ ਲੋੜ ਨਹੀਂ। ਕੱਲ ਕਿਤੇ ਤੂੰ ਤੀਰਥਾਂ ਤੇ ਜਾ ਕੇ ਬੈਠ ਜਾਏ, ਕੱਲ ਕਿਤੇ ਜੰਗਲਾਂ 'ਚ ਜਾ ਕੇ ਬੈਠ ਜਾਏ, ਪਿੰਡੇ ਨੂੰ ਸਵਾਹ ਮਲ ਕੇ ਬੈਠ ਜਾਏ, ਕੱਪੜਿਆਂ ਦਾ ਤਿਆਗ ਕਰਦਾ ਹੈ, ਅੰਨ ਦਾ ਤਿਆਗ ਕਰਦਾ ਹੈ, ਸੰਸਾਰ ਦਾ ਤਿਆਗ ਕਰਦੇ ਹੈ। ਬੜੇ ਲੋਕ ਇਹੋ ਜਿਹੇ ਜਿਹੜੇ ਕਹਿੰਦੇ ਮਾਇਆ ਨੂੰ ਵੀ ਅਸੀਂ ਹੱਥ ਨਹੀਂ ਲਾਉਣਾ, ਰੱਬ ਨੂੰ ਪਾਉਣਾ ਅਸੀਂ। ਕਈ ਚੁੱਪ ਹੀ ਕਰ ਜਾਂਦੇ ਆ, ਮੌਨ ਰੱਖ ਲੈਂਦੇ ਆ ਵੀ ਅਸੀਂ ਰੱਬ ਨੂੰ ਐਵੇਂ ਮਿਲਿਆ। ਮਨ ਬੋਲ ਰਿਹਾ ਲੇਕਿਨ ਰਸਨਾ ਤੋਂ ਨਹੀਂ ਬੋਲ ਰਹੇ। ਇਹ ਸਾਰੇ ਕਰਮ ਕਾਂਡਾਂ ਨੂੰ ਗੁਰਬਾਣੀ ਦੇ ਵਿੱਚ ਕੰਡੈਮ ਕੀਤਾ ਗਿਆ। ਪਾਤਸ਼ਾਹ ਕਹਿੰਦੇ ਐਵੇਂ ਰੱਬ ਨਹੀਂ ਮਿਲਦਾ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚਲਾ। ਸਾਰੇ ਕੰਡੈਮ ਕਰ ਦਿੱਤੇ। ਇਹਨਾਂ ਕਿਸੇ ਵੀ ਤਰੀਕੇ ਦੇ ਨਾਲ ਰੱਬ ਨਹੀਂ ਮਿਲਦਾ। ਕਿਵ ਸਚਿਆਰਾ ਹੋਈ ਹੈ ਕਿ ਵਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਚੱਲ ਕੇ 10 ਗੁਰੂ ਸਾਹਿਬਾਨਾਂ ਦਾ ਜੀਵਨ ਤੁਹਾਡੇ, ਮੈਂ ਤਾਂ ਹੀ ਤਾਂ ਬੇਨਤੀ ਕਰਦਾ ਨਾ ਕਿ ਘੱਟੋ ਘੱਟ ਗੁਰੂ ਸਾਹਿਬਾਨਾਂ ਦੇ ਇਤਿਹਾਸ ਤਾਂ ਪੜ੍ਹੋ, ਸਾਨੂੰ ਪਤਾ ਲੱਗੇ ਵੀ ਸਾਡੇ ਗੁਰੂ ਸਾਹਿਬਾਨ ਕਿਹੋ ਜਿਹਾ ਜੀਵਨ ਜੀ ਕੇ ਗਏ ਆ। ਮੈਂ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਵੀ ਜੇ ਇਕੱਲੀ ਗੁਰਬਾਣੀ ਉਚਾਰਨ ਕਰਨੀ ਹੁੰਦੀ, ਗੁਰੂ ਨਾਨਕ ਸਾਹਿਬ ਨੇ ਉਚਾਰ ਦੇਣੀ ਸੀ। ਕੀ ਔਖਾ ਸੀ? ਆਦ ਗੁਰੂ ਨੇ, ਉਹ ਬਚਪਨ ਜਨਮ ਤੋਂ ਗੁਰੂ ਨੇ 5 ਸਾਲ ਦੀ ਉਮਰ 'ਚ ਬਾਣੀ ਉਚਾਰਨ ਲੱਗ ਪਏ ਸਨ। 70 ਸਾਲ ਦੀ ਉਮਰ ਤੱਕ ਮਹਾਰਾਜ ਸਾਹਿਬ ਰਹਿੰਦੇ ਆ ਸਰੀਰਕ ਜਾਮੇ 'ਚ। 1430 ਅੰਗ ਉਚਾਰਨੇ ਕੀ ਔਖਾ ਸੀ? ਉਚਾਰੇ ਜਾਣੇ ਸੀ। ਪਰ ਨਹੀਂ, ਇੱਕ ਮਨੁੱਖਾ ਜੀਵਨ ਜਿਉਣਾ ਕਿਵੇਂ ਆ, ਸਮਾਜ ਵਿੱਚ ਰਹਿਣਾ ਕਿਵੇਂ ਆ, ਇੱਕ ਮੁਕੰਮਲਤਾ ਦੇ ਵਿੱਚ ਇਹ ਜੀਵਨ ਨੂੰ ਕਿਵੇਂ ਮਾਣਿਆ ਜਾਣਾ, ਕਿਵੇਂ ਹੰਢਾਇਆ ਜਾਣਾ ਹੈ, ਹਰ ਦੁੱਖ ਸੁੱਖ ਵਿੱਚ ਅਸੀਂ ਕਿਵੇਂ ਦਾ ਰਹਿਣਾ ਹੈ, ਹਰ ਹਾਲਤ ਵਿੱਚ ਅਸੀਂ ਕਿਵੇਂ ਰਹਿਣਾ ਹੈ, ਇਹ ਚੀਜ਼ਾਂ ਇੱਕ ਜਾਮੇ 'ਚ ਨਹੀਂ ਜਿਉ ਸਕਣੀਆਂ। ਇੱਕ ਪੂਰਨ ਜੀਵਨ ਜਿਉ ਕੇ ਦਿਖਾਉਣ ਵਾਸਤੇ ਮਹਾਰਾਜ ਨੂੰ 10 ਜਾਮੇ ਧਾਰਨ ਕਰਨੇ। ਤੁਸੀਂ ਇਤਿਹਾਸ ਪੜ੍ਹੋ ਤੇ ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ ਗੁਰੂ ਸਾਹਿਬ ਕਿਹੜੇ ਹਾਲਾਤਾਂ 'ਚ ਕਿਵੇਂ ਰਹੇ। ਇੱਕ ਵੀ ਤੁਹਾਨੂੰ ਕਿਤੇ ਕਮਜ਼ੋਰੀ ਦਾ ਪੱਖ ਨਜ਼ਰ ਨਹੀਂ ਆਏਗਾ। ਕਿਸੇ ਸਿੱਖ ਪੰਥ ਦੇ ਵਿਰੋਧੀ ਨੇ ਕੁਝ ਲਿਖਿਆ ਹੋਵੇ ਤਾਂ ਗੱਲ ਵੱਖਰੀ ਹੈ, ਪਰ ਜਦੋਂ ਤੁਸੀਂ ਗੁਰਬਾਣੀ ਦੀ ਕਸਵੱਟੀ ਤੇ ਪੜ੍ਹੋਗੇ, ਪੰਥ ਪ੍ਰਵਾਨ ਤੇ ਇਤਿਹਾਸ ਨੂੰ ਪੜ੍ਹੋਗੇ, ਕਿਤੇ ਵੀ ਇਹੋ ਜਿਹੀ ਗੱਲ ਨਜ਼ਰ ਨਹੀਂ ਆਏਗੀ ਜਿਹੜੀ ਸਾਨੂੰ ਕਿਤੇ ਕਮਜ਼ੋਰੀ ਨਜ਼ਰ ਆਵੇ ਜਾਂ ਸਾਡੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਹੋਵੇ। ਇੱਕ ਮੁਕੰਮਲ ਜੀਵਨ ਜੀਵਿਆ ਤਾਂ ਅਸੀਂ ਉਵੇਂ ਦੇ ਜੀਵਨ ਵਿੱਚ ਚੱਲਣਾ। ਅਸੀਂ ਚਲੋ ਗੁਰੂ ਨਹੀਂ, ਲੇਕਿਨ ਸਤਿਗੁਰੂ ਇੱਕ ਪੂਰਨੇ ਪਾ ਕੇ ਗਏ ਆ, ਪੂਰਨੇ ਪਾ ਕੇ ਗਿਆ। ਅਸੀਂ ਪਿੱਛੇ ਪਿੱਛੇ ਚੱਲਣਾ ਤਾਂ ਕਿ ਇਹ ਸਾਡਾ ਜੀਵਨ ਸਫਲ ਹੋ ਸਕੇ। ਪਦਾਰਥਾਂ ਵਿੱਚ ਵੀ ਰਹੋ, ਪਰਮਾਰਥ ਵੀ ਕਮਾਓ। ਪਦਾਰਥ ਦੇਣ ਵਾਲੇ ਨੂੰ ਯਾਦ ਰੱਖੋ, ਉਹਦਾ ਸ਼ੁਕਰਾਨਾ ਕਰੋ, ਉਹਦਾ ਧੰਨਵਾਦ ਕਰੋ, ਉੱਠਦੇ ਬਹਿੰਦੇ ਉਹਨੂੰ ਧੰਨ ਕਹੋ, ਜਿਹਨੇ ਤੁਹਾਨੂੰ ਗੱਡੀਆਂ, ਕਾਰਾਂ, ਮੋਟਰਾਂ, ਕੱਪੜੇ, ਪਦਾਰਥ ਸਭ ਕੁਝ ਜਿਹਨੇ ਦਿੱਤਾ।
ਪ੍ਰਸ਼ਾਦਾ ਛਕਣ ਵੇਲੇ ਉਹਦਾ ਸ਼ੁਕਰਾਨਾ ਕਰੋ, ਗੱਡੀ 'ਚ ਬਹਿਣ ਲੱਗੇ ਉਹਦਾ ਸ਼ੁਕਰਾਨਾ ਕਰੋ, ਘਰ 'ਚ ਵੜਨ ਲੱਗੇ ਉਹਦਾ ਸ਼ੁਕਰਾਨਾ ਕਰੋ, ਕੱਪੜੇ ਸੋਹਣੇ ਪਾਉਂਦੇ ਹੋ, ਮਹਿੰਗੇ ਪਾਉਂਦੇ ਹੋ, ਫਿਰ ਉਹਦਾ ਸ਼ੁਕਰਾਨਾ ਕਰੋ। ਸੰਸਾਰ 'ਚ ਮਾਨ ਸਨਮਾਨ ਮਿਲ ਰਿਹਾ, ਫਿਰ ਉਹਦਾ ਸ਼ੁਕਰਾਨਾ ਕਰੋ। ਜੇ ਕਿ ਕੋਈ ਤੁਸੀਂ ਦਾਨ ਪੁੰਨ ਕਰ ਰਹੇ ਹੋ ਤਾਂ ਵੀ ਉਹਦਾ ਸ਼ੁਕਰਾਨਾ ਕਰੋ, ਕਿਉਂਕਿ ਸਭ ਕੁਝ ਉਹਦੀ ਕਿਰਪਾ ਨਾਲ ਹੋ ਰਿਹਾ। ਸੁਖਮਨੀ ਸਾਹਿਬ ਦੀ 6ਵੀਂ ਅਸ਼ਟਪਦੀ ਧਿਆਨ ਨਾਲ ਪੜ੍ਹਿਓ, ਅਰਥਾਂ ਸਮੇਤ ਪੜ੍ਹਿਓ, ਨਾ ਸਮਝ ਆਈ 2 ਵਾਰੀ ਪੜ੍ਹਿਓ, 3 ਵਾਰੀ ਪੜ੍ਹਿਓ, ਜਿੰਨੀ ਦੇਰ ਸਮਝ ਨਹੀਂ ਆਉਂਦੀ ਪੜ੍ਹਦੇ ਰਹੋ। ਉਹ ਅਸ਼ਟਪਦੀ ਤੁਹਾਨੂੰ ਦੱਸ ਦੇਗੀ ਸਾਰਾ ਕੁਝ ਤੇਰੀ ਕਿਰਪਾ ਨਾਲ ਹੈ, ਸਭ ਕੁਝ ਤੇਰੀ ਕਿਰਪਾ। ਤਾਂ ਪ੍ਰਸਾਦ ਜਿਹੜਾ ਜਪ ਸਾਹਿਬ ਵਿੱਚ ਵੀ ਆਇਆ, ਤੇਰੀ ਕਿਰਪਾ। ਤਾਂ ਪ੍ਰਸਾਦ ਦਾ ਮਤਲਬ ਤੇਰੀ ਕਿਰਪਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਕਹਿ ਰਹੇ ਆ, ਮੇਰੇ ਤੇ ਪ੍ਰਮਾਤਮਾ ਤੇਰੀ ਕਿਰਪਾ ਹੈ। ਕੱਲ ਛੰਦ ਆਇਆ ਸੀ ਨਾ, ਤੇਰਾ ਜ਼ੋਰ, ਤੇਰਾ ਜ਼ੋਰ ਦਿੱਤਾ ਹੋਇਆ, ਤੇਰੇ ਜ਼ੋਰ ਨਾਲ ਮੈਂ 14 ਜੰਗਾਂ ਜਿੱਤਦਾ। ਜਿੱਤਾਂ ਹੁੰਦੀਆਂ ਨੇ, ਮੇਰਾ ਕੋਈ ਵਾਲ ਨਹੀਂ ਵਿੰਗਾ ਕਰ ਸਕਿਆ। ਤੇਰੀ ਕਿਰਪਾ ਤੇ ਤੇਰਾ ਦਿੱਤਾ ਹੋਇਆ ਜ਼ੋਰ, ਔਰ ਤੇਰੇ ਦਿੱਤੇ ਹੋਏ ਜ਼ੋਰ ਦੇ ਬਲ ਤੇ ਹੀ ਤਾਂ ਮੈਂ ਕਹਿ ਦਿੱਤਾ 1.25 ਲੱਖ ਸੇ ਇੱਕ ਲੜਾਉ, ਤਵੈ ਗੋਬਿੰਦ ਸਿੰਘ ਨਾਮ ਕਹੂੰ। ਇਹ ਜ਼ੋਰ ਪਰਮਾਤਮਾ ਦਾ ਨਾ, ਤਾਂ ਹੀ ਐਡੀ ਵੱਡੀ ਗੱਲ ਕਰ ਗਏ। 1.25 ਲੱਖ ਨਾਲ ਇੱਕ ਲੜੇਗਾ, ਕਿਹਦਾ ਜ਼ੋਰ ਹੋਏਗਾ ਪਿੱਛੇ? ਪਰਮਾਤਮਾ ਦਾ। ਜਦੋਂ ਪਰਮਾਤਮਾ ਦਾ ਜ਼ੋਰ ਚੜਦਾ ਹੈ, ਜਦੋਂ ਪਰਮਾਤਮਾ ਆਪਣਾ ਜ਼ੋਰ ਤਾਣ ਮਾਣ ਬਖਸ਼ਦਾ ਹੈ, ਫਿਰ ਉਹ ਆਪਣੇ ਪਿਆਰਿਆਂ ਦੀ ਹਾਰ ਨਹੀਂ ਹੋਣ ਦਿੰਦਾ। ਆਓ ਅੱਜ ਉਸ ਤੋਂ ਅਗਲਾ ਛੰਦ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਰਹਿਮਤ ਕਰ ਰਹੇ ਨੇ, ਉਸ ਪਰਮਾਤਮਾ ਦੀ ਸਿਫਤ ਵਿੱਚ ਜੁੜੇ ਹੋਏ ਨੇ, ਉਸ ਪਰਮਾਤਮਾ ਨੂੰ ਸਾਹਮਣੇ ਸਾਖਸ਼ਾਤ ਖੜਾ ਕੇ ਮੱਥਾ ਟੇਕ ਰਿਹਾ, ਨਮਸਕਾਰਾਂ ਕਰ ਰਿਹਾ। ਨਾਲ ਨਾਲ ਸਾਡੇ ਤੇ ਕਿਰਪਾ ਕੀਤੀ ਕਿ ਭਾਈ ਇਸ ਜਾਪ ਸਾਹਿਬ ਦੀ ਬਾਣੀ ਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਇਹਦੀ ਵਿਆਖਿਆ ਨਾਲ ਜਿਹੜੇ ਜੁੜੇ ਹੋਏ ਆ, ਸਾਰੇ ਰੱਬ ਨੂੰ ਮੱਥਾ ਟੇਕੋ। ਮਹਾਰਾਜ ਸਾਹਿਬ ਕਹਿ ਰਿਹਾ, ਭੁਜੰਗ ਪ੍ਰਿਆਤ ਛੰਦ। ਭੁਜੰਗ ਦਾ ਅਰਥ ਹੁੰਦਾ ਸੱਪ, ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਕਈ ਵਾਰ ਭੁਜੰਗੀ ਕਹਿੰਦੇ ਆ। ਭੁਜੰਗ, ਜੇ ਪੁੱਤਰ ਹੋਇਆ ਤਾਂ ਕਹਿੰਦੇ ਆ ਜੀ ਭੁਜੰਗੀ ਬਖਸ਼ਿਆ ਪ੍ਰਮਾਤਮਾ ਨੇ, ਬੱਚੀ ਹੋਵੇ ਤਾਂ ਭੁਜੰਗਣ ਕਹਿੰਦੇ ਆ। ਇਹ ਸ਼ਬਦ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸੂਬੇ ਦੀ ਕਚਹਿਰੀ 'ਚ ਪੇਸ਼ੀ ਪੈਂਦੀ ਆ, ਸੁੱਚਾ ਨੰਦ ਕਾਜੀ ਵਰਗੇ ਕਹਿ ਰਹੇ ਆ ਕਿ ਵਜ਼ੀਰ ਖਾਨ, ਇਹਨਾਂ ਨੂੰ ਬੱਚੇ ਨਾ ਸਮਝੀ, ਇਹ ਬੱਚੇ ਨਹੀਂ, ਇਹ ਸੱਪ ਦੇ ਪੁੱਤ ਨੇ। ਸੱਪ ਦੇ ਪੁੱਤ ਵੀ ਸੱਪ ਹੀ ਹੁੰਦੇ ਨੇ। ਅੱਜ ਇਹ ਸੁਪੋਲੀਏ ਨੇ, ਅੱਜ ਛੋਟੇ ਨੇ, ਕੱਲ ਵੱਡੇ ਫਨੀਅਰ ਨਾਗ ਬਣ ਕੇ ਤੇਰੀ ਹਿੱਕ ਤੇ ਡੰਗ ਮਾਰਨਗੇ। ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਨੇ। ਇਹ ਭੁਜੰਗੀ ਨੇ। ਭੁਜੰਗੀ ਮਤਲਬ ਇਹ ਸੱਪ ਨੇ, ਇਹ ਸੱਪ ਦੇ ਬੱਚੇ ਨੇ। ਤੇ ਭੁਜੰਗ ਕਿਉਂ ਗਿਆ? ਭੁਜੰਗ ਤੁਸੀਂ ਵੇਖੋ, ਸੱਪ ਦੀ ਚਾਲ ਸਿੱਧਾ ਨਹੀਂ ਨਾ ਤੁਰਦਾ, ਟੇਢਾ ਮੇਢਾ ਚੱਲਦਾ ਹੈ, ਔਰ ਬਿਲਕੁਲ ਬਰੀਕ ਤੋਂ ਬਰੀਕ ਰਸਤੇ ਵਿੱਚ ਦੀ ਵੀ ਉਹ ਟੇਢਾ ਮੇਢਾ ਹੋ ਕੇ ਲੰਘ ਜਾਂਦਾ ਹੈ। ਮਹਾਰਾਜ ਸਾਹਿਬ ਕਹਿੰਦੇ, ਭਾਈ ਆ ਜਿਹੜੀ ਜਾਪ ਸਾਹਿਬ ਦੀ ਬਾਣੀ ਬਖਸ਼ੀ ਆ, ਇਹਦੇ ਛੰਦਾਂ ਦੀ ਚਾਲ ਸੱਪ ਦੀ ਚਾਲ ਵਰਗੀ ਹੈ। ਜਿਹੜਾ ਭਾਵਨਾ ਨਾਲ ਜਾਪ ਸਾਹਿਬ ਦਾ ਪਾਠ ਕਰੇਗਾ, ਜਿਵੇਂ ਸੱਪ ਛੋਟੇ ਮੋਟੇ ਰਸਤਿਆਂ 'ਚ ਵਿੰਗਾ ਟੇਢਾ ਹੋ ਕੇ ਲੰਘ ਜਾਂਦਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਜਦੋਂ ਸਾਡੀ ਸੁਰਤ ਜਾਪ ਸਾਹਿਬ ਵਸਿਆ ਹੋਏਗਾ, ਸਾਡੀ ਸੁਰਤ ਵੀ ਅਨੇਕਾਂ ਵਿਘਨਾਂ ਦੇ ਵਿੱਚੋਂ ਵਿੰਗੇ ਟੇਢੇ ਵਲ ਖਾ ਕੇ ਲੰਘ ਜਾਏਗੀ, ਫਸੇਗੀ ਨਹੀਂ ਕਿਤੇ। ਅਗਲਾ ਅਰਥ ਹੈ ਪ੍ਰਿਆਤ ਸ਼ਬਦ। ਜਿਹੜਾ ਪ੍ਰਿਆਤ ਛੰਦ, ਚਲੋ ਇਹ ਨਾਮ ਹੈ। ਪ੍ਰਿਆਤ ਦਾ ਅਰਥ ਹੁੰਦਾ ਪਰ ਪਲੱਸ ਯਾਤ। ਪਰ ਦਾ ਅਰਥ ਪਰਲਾ, ਜਾਂ ਪਰ ਦਾ ਅਰਥ ਖੰਭ ਵੀ ਹੁੰਦਾ ਹੈ। ਯਾਤ ਦਾ ਮਤਲਬ ਯਾਤਰਾ। ਜਾਪ ਸਾਹਿਬ ਦੇ ਅੱਖਰ ਉਹ ਖੰਭ ਨੇ, ਜਿਹੜਾ ਇਹਨਾਂ ਖੰਭਾਂ ਨੂੰ ਸੁਰਤ ਨਾਲ ਜੋੜ ਲੈਂਦਾ ਹੈ, ਉਹਨੂੰ ਪ੍ਰਮਾਤਮਾ ਦੇ ਪਰਲੇ ਦੇਸ਼ ਦੀ ਇਹ ਖੰਭ ਯਾਤਰਾ ਕਰਾ ਦਿੰਦੇ ਆ। ਉਹ ਛੰਦ ਮਹਾਰਾਜ ਨੇ ਬਖਸ਼ਿਸ਼ ਕੀਤੇ। ਇਹਨਾਂ ਛੰਦਾਂ ਦੇ ਵਿੱਚ ਕਿਹਾ ਆਗਾਦੇ ਆਬਾਦੇ। ਆਗਾਦੇ ਦਾ ਅਰਥ ਹੁੰਦਾ ਅਥਾਹ। ਹੇ ਵਾਹਿਗੁਰੂ ਪਰਮਾਤਮਾ, ਤੂੰ ਅਥਾਹ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਤੇਰਾ ਕਿਸੇ ਤੋਂ ਕੋਈ ਅੰਤ ਹਲੇ ਤੱਕ ਦਾ ਪਾਇਆ ਨਹੀਂ ਗਿਆ, ਤੇ ਲੱਗਦਾ ਨਹੀਂ ਕੱਲ ਕੋਈ ਤੇਰਾ ਅੰਤ ਪਾਏਗਾ। ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕਿ ਅੰਤ ਨਾ। ਪਰ ਇੱਕ ਪੌੜੀ ਮਹਾਰਾਜ ਨੇ ਅੰਤ ਤੇ ਹੀ ਉਚਾਰਨ ਕੀਤੀ ਹੋਈ ਹੈ ਜਪਜੀ ਸਾਹਿਬ ਦੇ ਅੰਦਰ। ਜਪਜੀ ਸਾਹਿਬ ਦੀ ਬਾਣੀ ਭਾਵਨਾ ਨਾਲ ਪੜ੍ਹਿਆ ਕਰੋ। ਜਪਜੀ ਸਾਹਿਬ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਮੌਰ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਸਮਰੀ ਹੈ, ਪੂਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ। ਜਿਹਨੂੰ ਜਪਜੀ ਸਾਹਿਬ ਸਮਝ ਵਿੱਚ ਆ ਗਿਆ, ਕੱਲ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਦੋਂ ਅਰਥ ਸਮਝੇਗਾ, ਉਹਨੂੰ ਬੜੇ ਸੌਖੇ ਤਰੀਕੇ ਨਾਲ ਸਮਝ ਆ ਜਾਣਗੇ, ਤੇ ਸਮਝਣਾ ਬੜਾ ਸੌਖਾ ਹੋ ਜਾਏਗਾ। ਜਪਜੀ ਸਾਹਿਬ ਇਹੋ ਜੀ ਬਾਣੀ ਹੈ ਤਾਂ ਬ੍ਰਹਮ ਗਿਆਨ ਦੀ ਦਾਤੀ ਹੈ।
महाराज ने कोई पक्ष छड्डिया ही नहीं, किन्ने सवाल जवाब, किन्नी डूंघाई च विचार, 5 ਜਿਹੜੀ खंडां ਦੀ विचार है, तो अखीर सानू सचखंड तक लै गए। सचखंड दा साडी मंजिल है। जदों असीं मंजिल ते ही पहुंच गए, फिर पिछे की रह गया? नाम की गल पातशाह ने की और परमात्मा की बेअंतता की गल की है कि परमात्मा इन्ना बेअंत है। कई पौड़ियां च आड़ा अगेतर ला के कहा कि ਉਹਦੇ नाम भी अणगिणत, ਉਹਦੀਆਂ ਥਾਵਾਂ भी अणगिणत, किसी गिणती च आ ही नहीं सकता, इन्ना विशालक है। ते उसे गल नूं धन गुरु गोबिंद सिंह जपजी सब तो बाद की है जाप। जपजी तो बाद जाप विच महाराज की कह रहे अगाधे अथा, जिहदा कोई था बन्ना कोई नहीं है, ਉਹਦਾ अंत कोई नहीं पा सकता, ਉਹਨੂੰ कोई भी पूर्ण रूप विच अज तक बयान नहीं कर सकिया। महाराज कहते ने सनातन मत में चलो एक उन्होंने धर्म की मर्यादा, सरस्वती माता की उत्थे पूजा होंदी है। आम जिहड़े गवैये लोग ने चाहे किसी भी धर्म नाल संबंधित होण, लेकिन गाउण वेले सरस्वती माता का ध्यान जरूर धरदे आ। जां किसी की आवाज़ बहुती सरीली होवे, मिठी होवे, सुन के आनंद आवे, राग का पूरा वो मार होवे, आपां कहने भी तेरी रसना ते तां सरस्वती बैठी है। सरस्वती माता का वास है तेरे कंठ विच, क्योंकि राग दी उन्होंने देवी मन्निया जाता है। तो महाराज कहते हैं यदि पूजा की जाती है। धन गुरु गोबिंद सिंह पातशाह उदाहरण दे रहे, परमात्मा किड्डा बेअंत है। हुण सुनियो, सरस्वती जदों बच्चे नूं उस स्कूल विच पढ़न लाउंदे आ ना, पहलां सरस्वती की पूजा कराउंदे कि इहनूं विद्या आवे, इहनूं ज्ञान आवे, अकलमंद होवे, दानशमंद होवे, फिर उस स्कूल विच पढ़ाउंदे आ। स्कूल में सुनना भी हुंदा, याद भी करना हुंदा ते लिखना भी हुंदा। लिखण वास्ते गणेश जी महाराज की पूजा है। कोई बहुता तेज लिखण जानदा होवे, पर इन्ना तेज लिखे जदों आप नूं पढ़ना पवे, आप तो बिना पढ़िया जांदा होवे, फिर वो कहे मैं की लिखिया। लिखिया तेज पर सोहना नहीं लिखिया। कई इन्ना सोहना लिखदे पर हौली लिखदे, आपां कहने भी तुम 2 वारी बोलता अजे तक लिखिया ही नहीं, बहुती स्पीड हौली है। गणेश जी नूं लिखण दा सूचक मन्निया ते सरस्वती जी नूं गाउण दा सूचक मन्निया। इउं समझो भी सरस्वती जी कोई कविता बोल रहे होण ते गणेश जी लिख रहे होण। हुण इन्हां कोले लिखण वास्ते जंतर की होण, सारी धरती नूं एक कागज बना लैण, 7 समुंदरां दी शाही बना लैण, सारी बनस्पति जिन्ने जंगल ने, बनामा का जंगल किड्डा वड्डा, जिहड़ा आस्ट्रेलिया तो आ जिहड़े लोग डोंकी वगैरह लाउंदे बड़ा, उस जंगल नूं बदनाम भी है तो मशहूर भी है, क्योंकि उत्थे पता नहीं साडे नौजवान वीर साडियां भैणां किन्ने उस जंगल ने खा लए। इहो जे किन्ने जंगल ने, सारे जंगलों दीयां कलमां बना लईआं जाण। और लिखण वाला कौन है? गणेश जी। लिखाउण वाले कौन है? सरस्वती जी। परमात्मा किड्डा बेअंत है। हुण ध्यान नाल सुणियो, गणेश जी लिख रहे होण, सरस्वती लिखा रहे होण, सारी धरती नूं कागज बनाया होवे, 7 समुंदरां दी शाही होवे, गुरु गोबिंद सिंह पातशाह कहंदे बनस्पति दियां सारी दियां कलमां बणियां होण, तां भी रब दा अंत नहीं लिखिया जा सकदा, तां भी परमेश्वर दा अंत नहीं लिखिया जा सकता। महाराज दसम पातशाह ने वचन कहे, एक सवैया है कागद दीप सबे करके, और 7 समुद्रन की मस कह हो, काट बनस्पति सगरी लिख बह हूं के, लेखन काज बने हो, सरस्वती बगता करके, सरस्वती बगता बनी होवे, सरस्वती बगता करके, जुग कोट गणेश के हाथ लिखे हो, करोड़ा जेड़े जन्मां दे हिसाब किताब करोड़ा साल ला के गणेश जी लिखण, काल कृपाल बिना बिनती ना तो तुम के प्रभ नैक रजै हो। इन्ने यत्नां तो बाद भी उस परमात्मा का कोई अंत नहीं लिख सकता, कोई इन्ना लिख के भी नहीं कह सकता बस इस तो अगे रब की व्याख्या खत्म है। हुण रब बारे कुछ नहीं लिखिया जा सकता। एडे वड्डे वड्डे देवी देवते लिखा रहे होण। कबीर साहब कह रहा, कबीर 7 समुंदर मस करो, कलम करो बनराए, वसदा कागद जो करो, हर जस लिखण ना जाए। नहीं लिखा जा सकता। एडा विशाल कह ते जेवा एक कवन गुण कही है। मारे कहते बेशुमार बेअंत स्वामी, तेरो अंत ना कि नहीं लिया, तेरे कवन कवन गुण कह गावां, केड़े केड़े गुण गाइए। एक रसना है साडे कोल ते तेरे गुणों का अंत कोई नहीं। परमात्मा केड़ा छड्डिए ते केड़ा गाइए।
ਅਸੀਂ ਹਰ ਰੋਜ਼ ਪਹਿਲਾਂ ਕੀਰਤਨ ਰਾਹੀਂ ਤੇਰੇ ਗੁਣ ਗਾਉਂਦੇ ਆ ਤਾਂ ਵੀ ਗੱਲ ਨਹੀਂ ਮੁੱਕਦੀ, ਫਿਰ ਅਸੀਂ ਕਥਾ ਰਾਹੀਂ ਤੇਰੇ ਗੁਣ ਗਾਉਂਦੇ ਆ, ਸਮਾਂ ਮੁੱਕ ਜਾਂਦਾ ਹੈ, ਤੇਰੇ ਗੁਣ ਫਿਰ ਨਹੀਂ ਮੁੱਕਦੇ। ਔਰ ਇਹ ਕਾਰਜ ਕਰਦਿਆਂ ਸਦੀਆਂ ਬੀਤ ਗਈਆਂ, ਯੁੱਗ ਬੀਤ ਗਏ, ਮੁੱਦਤਾਂ ਤੋਂ ਅਣਗਿਣਤ, ਆਪਾਂ ਇਕੱਲੇ ਇੱਥੇ ਨਹੀਂ, ਲੱਖਾਂ ਕਰੋੜਾਂ ਲੋਕ ਲੱਗੇ ਹੋਏ ਉਹਨੂੰ ਗਾਉਣ। ਕੋਈ ਮੰਦਿਰ ਚ ਗਾ ਰਿਹਾ, ਕੋਈ ਚਰਚ ਚ ਗਾ ਰਿਹਾ, ਕੋਈ ਮਸੀਤ ਚ ਗਾ ਰਿਹਾ ਹੈ, ਕੋਈ ਬੁੱਧ ਧਰਮ ਦੇ ਸਥਾਨਾਂ ਤੇ ਗਾ ਰਿਹਾ, ਕੋਈ ਜੈਨ ਮਤ ਦੇ ਸਥਾਨਾਂ, ਕੋਈ ਪਾਰਸੀਆਂ ਦੇ ਸਥਾਨਾਂ ਤੇ ਗਾ ਰਿਹਾ, ਕੋਈ ਯੋਗ ਮਤ ਦੇ ਮੱਠਾਂ ਤੇ ਬੈਠ ਕੇ ਗਾ ਰਿਹਾ, ਕੋਈ ਤੀਰਥਾਂ 'ਚ, ਕੋਈ ਜੰਗਲਾਂ 'ਚ, ਪਤਾ ਨਹੀਂ ਕਿੱਥੇ ਕਿੱਥੇ ਦੁਨੀਆ। ਬਲਕਿ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਸੋਦਰ ਤੇਰਾ ਕਿਹਾ ਸੋ ਕਰ ਗਿਆ, ਜਿਤ ਮੈਂ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ, ਕਿਤੇ ਤੇਰੇ ਵਾਵਣਹਾਰੇ, ਕਿਤੇ ਤੇਰੇ ਰਾਗ ਪਰਿਸਿਓ ਕਈਨ, ਕਿਤੇ ਤੇਰੇ ਗਾਵਣਹਾਰੇ, ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ। ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੋਬਿੰਦ ਲਿਖ ਜਾਣਨ। ਕਿੰਨੇ ਲੋਕ ਗਾ ਰਹੇ ਆ, ਜਿਹੜੇ ਦਿਸ ਨਹੀਂ ਰਹੇ ਗਾ ਰਹੇ ਆ, ਪਰ ਗਾ ਕੇ ਤਾਂ ਇਹੀ ਕਹਿੰਦੇ ਆ, ਤੇਰੇ ਕਵਨ ਕਵਨ ਗੁਣ ਕਹਿ ਕਹਿ ਕਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਕਥਾ ਵਾਚਕ ਕਥਾ ਕਰਨ ਤੋਂ ਪਹਿਲਾਂ ਸਾਰੀ ਤਿਆਰੀ ਕਰਕੇ ਆਉਂਦਾ। ਕੋਈ ਵਿਸ਼ਾ ਦਿੱਤਾ ਜਾਵੇ ਉਹਦੀ ਤਿਆਰੀ ਹੁੰਦੀ ਆ, ਕੋਈ ਗੁਰਪੁਰਬ ਹੈ, ਕੋਈ ਸ਼ਹੀਦੀ ਜੋੜ ਮੇਲਾ, ਉਹਦੀ ਤਿਆਰੀ ਕਰਕੇ ਆਉਂਦਾ, ਕੋਈ ਗੁਰਬਾਣੀ ਦਾ ਸ਼ਬਦ ਹੈ, ਉਹਦੀ ਤਿਆਰੀ ਕਥਾ ਵਾਚਕ ਨੇ ਕੀਤੀ ਹੁੰਦੀ ਹੈ। ਪਰ ਫਿਰ ਵੀ ਕਥਾ ਤੋਂ ਪਹਿਲਾਂ ਨੂੰ ਕਹਿਣਾ ਪੈਂਦਾ ਹੈ, ਤੇਰੇ ਕਵਨ ਕਵਨ ਗੁਣ ਕਹਿ ਕਹਿ ਕਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਤੂੰ ਠਾਕੁਰ ਉੱਚ ਭਗਵਾਨਾ, ਜਿਉਂ ਬੁਲਾਏ ਤਿਉਂ ਬੋਲੀਐ, ਜਿਉਂ ਬੁਲਾਵੋ ਤਿਉਂ ਬੋਲਾਂ ਸੁਆਮੀ। ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ। ਇੰਨਾ ਵਿਸ਼ਾਲ ਹੈ ਪਰਮਾਤਮਾ ਭਾਈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਆਗਾਧੇ, ਉਹਦਾ ਅਥਾ, ਉਹਦਾ ਅੰਤ, ਉਹਦਾ ਉਰਲਾ ਤੇ ਪਰਲਾ ਬੰਨਾ ਕਿਸੇ ਨੂੰ ਨਹੀਂ ਪਤਾ। ਆਬਾਦੇ, ਆਬਾਦੇ ਦਾ ਅਰਥ ਦੋ ਕੀਤਿਆ ਵਿਦਵਾਨਾਂ ਨੇ। ਇੱਕ ਤਾਂ ਹੈ ਕਿ ਰੋਕ ਤੋਂ ਰਹਿਤ, ਪਰਮਾਤਮਾ ਨੂੰ ਤੇਰੇ ਰਾਹ ਵਿੱਚ ਵਾਹਿਗੁਰੂ ਕੋਈ ਵੀ ਰੋਕ ਨਹੀਂ ਪਾ ਸਕਦਾ। ਤੂੰ ਜੋ ਕਰਨਾ ਤੂੰ ਕਰਕੇ ਹੀ ਰਹਿਣਾ, ਜੋ ਕੁਛ ਤੂੰ ਕਰਨਾ ਨਾ ਉਹ ਹੋ ਹੀ ਜਾਣਾ, ਉਹਨੂੰ ਕੌਣ ਰੋਕੇਗਾ। ਕੋਈ ਕੱਲ ਵਿੱਚ ਵਿਚਕਾਰ ਖੜ ਕੇ ਕਵੇ ਕਿ ਰੱਬਾ ਮੈਂ ਤੈਨੂੰ ਆਹ ਕੰਮ ਨਹੀਂ ਕਰਨ ਦੇਣਾ, ਉਹ ਕਹਿੰਦਾ ਬੜੇ ਆਏ ਤੇਰੇ ਵਰਗੇ, ਚੱਲ ਸਾਈਡ ਤੇ ਹੋ। ਇਹ ਕੰਮ ਤਾਂ ਨਿਰੰਤਰ ਇੱਥੇ ਚੱਲਦਾ ਹੈ, ਚੱਲਦਾ ਰਹੇਗਾ। ਰੋਕਣ ਵਾਲਿਆਂ ਤੋਂ ਨਹੀਂ ਰੁਕਦਾ, ਬਲਕਿ ਉਹ ਵੀ ਉਸੇ ਵਹਾਅ ਵਿੱਚ ਰੁੜ ਜਾਂਦੇ ਆ। ਦੂਸਰਾ ਹੈ ਉਹ ਬੰਧਨਾਂ ਤੋਂ ਰਹਿਤ ਹੈ। ਆਬਾਦੇ ਬੰਧਨ ਤੋਂ ਰਹਿਤ, ਰੱਬ ਨੂੰ ਬੰਧਨ ਕੋਈ ਨਹੀਂ। ਆਪਾਂ ਸਾਰਾ ਸੰਸਾਰ ਬੰਧਨਾਂ ਵਿੱਚ ਵੱਜਿਆ ਹੋਇਆ ਹੈ। ਕਿਸੇ ਦਾ ਤਨ ਬੰਧਨਾਂ ਵਿੱਚ ਹੈ, ਕਿਸੇ ਦਾ ਮਨ ਬੰਧਨਾਂ 'ਚ ਹੈ, ਕਿਸੇ ਦੀ ਆਤਮਾ ਬੰਧਨਾਂ 'ਚ ਹੈ। ਪਤਾ ਨਹੀਂ ਕਿੰਨੇ ਕਿੰਨੇ ਬੰਧਨ ਪਏ ਹੋਏ ਨੇ, ਉਹ ਗੱਲ ਵੱਖਰੀ ਹੈ। ਕਿਸੇ ਦੇ ਕੋਈ ਲੋਹੇ ਦੀਆਂ ਹੱਥ ਕੜੀਆਂ ਦੇ ਬੰਧਨ 'ਚ ਹੈ, ਕੋਈ ਸੋਨੇ ਦੀਆਂ ਜੰਜੀਰਾਂ ਦੇ ਬੰਧਨ 'ਚ ਹੈ। ਬੰਧਨ ਤਾਂ ਬੰਧਨ ਹੀ ਹੈ, ਬੰਧਨ ਤਾਂ ਬੰਧਨ ਹੀ ਹੈ ਨਾ। ਇਹ ਨਹੀਂ ਫਰਕ ਪੈਂਦਾ ਵੀ ਬੰਨਿਆ ਕਾਹਦੇ ਨਾਲ ਹੋਇਆ, ਲੋਹੇ ਦੀ ਹੱਥ ਕੜੀ 'ਚ ਹੈ ਕਿ ਸੋਨੇ ਦੀ ਹੱਥ ਕੜੀ ਲੱਗੀ ਹੈ, ਬੰਧਨ ਹੈ। ਆਜ਼ਾਦੀ ਉਦੋਂ ਪਤਾ ਲੱਗਦੀ ਹੈ ਜਦੋਂ ਬੰਧਨ ਟੁੱਟਦਾ ਹੈ। ਮਹਾਰਾਜ ਸਾਹਿਬ ਕਹਿੰਦੇ ਆ, ਪਰਮਾਤਮਾ ਆਬਾਦੇ ਤੂੰ ਬੰਧਨਾਂ ਤੋਂ ਰਹਿਤ। ਅਗਲਾ ਬਚਨ ਬੜੇ ਕਮਾਲ ਦਾ, ਆਨੰਦੀ ਸਰੂਪੇ। ਪਰਮਾਤਮਾ ਤੇਰਾ ਜਿਹੜਾ ਸਰੂਪ ਹੈ ਉਹ ਆਨੰਦ ਸਰੂਪ ਹੈ। ਆਨੰਦ ਦਾ ਅਰਥ ਹੁੰਦਾ ਖੁਸ਼ੀ, ਖੇੜਾ। ਸਰੂਪ ਉਹਦਾ ਚਿੱਤਰ, ਉਹਦਾ ਸਰੂਪ, ਉਹਦੀ ਤਸਵੀਰ। ਤੂੰ ਸਦਾ ਖਿੜਿਆ ਤੇ ਖੁਸ਼ ਰਹਿਣਾ, ਕਿਉਂਕਿ ਰੱਬ ਨੂੰ ਕੋਈ ਚਿੰਤਾ ਨਹੀਂ। ਜਿਹਨੂੰ ਚਿੰਤਾ ਹੋਏਗੀ ਉਹ ਕਦੇ ਖੁੱਲ ਕੇ ਹੱਸ ਨਹੀਂ ਸਕਦਾ। ਚਿੰਤਾ ਹਰ ਰੋਜ਼ ਉਹਨੂੰ ਹੌਲੀ ਹੌਲੀ ਕਮਜ਼ੋਰ ਕਰਦੀ ਜਾਏਗੀ। ਚਿਹਰੇ ਦਾ ਨੂਰ ਖਤਮ ਹੋ ਜਾਂਦਾ ਹੈ, ਚਿਹਰੇ ਦੀ ਚਮਕਦਮ ਖਤਮ ਹੋ ਜਾਂਦੀ ਹੈ, ਚਿਹਰੇ ਦਾ ਜਲਾਲ ਖਤਮ ਹੋ ਜਾਂਦਾ। ਚਿੰਤਾ ਇਹੋ ਜੀ ਹੈ। ਚਿੰਤਤ ਹੀ ਦਿਸੈ ਸਭ ਕੋਈ, ਅੱਜ ਹਰ ਇੱਕ ਬੰਦਾ ਚਿੰਤਾ ਵਿੱਚ ਹੈ। ਰੱਬ ਇਸੇ ਕਰਕੇ ਖੇੜੇ ਵਿੱਚ ਰਹਿੰਦਾ ਕਿ ਉਹਨੂੰ ਚਿੰਤਾ ਕੋਈ ਨਹੀਂ ਹੈ। ਜਦ ਕਿ ਸਾਰਾ ਸੰਸਾਰ ਪਰਮਾਤਮਾ ਦਾ ਪਰਿਵਾਰ ਹੈ। ਏਕ ਪਿਤਾ ਏਕ ਕੇ ਹਮ ਬਾਰਕ। ਸਾਡਾ ਪਿਤਾ ਕੌਣ ਹੈ? ਪਰਮਾਤਮਾ। ਸਾਰੇ ਅਸੀਂ ਉਹਦੇ ਬੱਚੇ ਆ। 800 ਕਰੋੜ ਦੇ ਕਰੀਬ ਆਬਾਦੀ ਹੈ ਸੰਸਾਰ ਦੀ। ਇਹ ਸਾਰਾ ਰੱਬ ਦਾ ਪਰਿਵਾਰ ਹੈ। ਸਾਡੇ ਘਰ 'ਚ ਤਾਂ 2 ਜੀ 4 ਜੀ 8 ਜੀ 10 12 14 15। ਹੁਣ ਤਾਂ ਉਹ ਗੱਲਾਂ ਰਹੀਆਂ ਨਹੀਂ ਨਾ ਵੀ ਜਦੋਂ ਪਰਿਵਾਰ ਇਕੱਠੇ ਹੁੰਦੇ ਸੀ 50 60 ਜਣਿਆਂ ਦਾ ਪ੍ਰਸ਼ਾਦਾ ਬਣਨਾ। 80 ਜਾਣਾ ਜਿਹੜੇ ਕੋਈ ਬਜ਼ੁਰਗ ਇਹਨਾਂ ਨੂੰ ਪਤਾ ਹੋਏਗਾ, ਇਹਨਾਂ ਨੇ ਇੱਕ ਚੁੱਲ੍ਹੇ ਤੇ ਇਹ ਸਾਰੀਆਂ ਇੱਕ ਪਰਿਵਾਰ ਦੀ ਰੋਟੀ ਬਣਦੀ ਵੇਖੀ ਹੋਏਗੀ। ਅੱਜ ਤਾਂ ਉਹ ਗੱਲਾਂ ਹੈ ਨਹੀਂ। ਜੇ 2-3 ਭਰਾ ਨੇ ਇੱਕ ਜਗ੍ਹਾ ਘਰ ਬਣਾ ਵੀ ਲਿਆ, ਕੋਈ ਫਸਟ ਫਲੋਰ ਤੇ ਆ, ਦੂਜਾ ਸੈਕੰਡ ਤੇ ਆ, ਤੀਜਾ ਥਰਡ ਤੇ ਆ, ਤਿੰਨਾਂ ਦਾ ਅਲੱਗ-ਅਲੱਗ ਚੱਲ ਰਿਹਾ।
ਅੱਗੇ ਇੱਕ ਚੁੱਲ੍ਹੇ ਤੇ ਪ੍ਰਸ਼ਾਦਾ ਤੇ ਇੱਕੋ ਸਾਰਿਆਂ ਨੇ ਖਾਣਾ, ਤੇ ਕਿੰਨਾ ਉਹ ਘਰਾਂ ਦੇ ਵਿੱਚ ਸਵਰਗ ਬੀਤਦਾ ਸੀ। ਉਹ ਘਰਾਂ ਦਾ ਮਾਹੌਲ ਕਿੰਨਾ ਵਧੀਆ ਸੀ। ਅੱਜ ਚਾਰ ਚੁਫੇਰੇ ਘਰਾਂ 'ਚ ਪੱਥਰ ਹੀ ਪੱਥਰ ਨਜ਼ਰ ਆਉਂਦੇ ਆ, ਖੁਸ਼ੀਆਂ ਖੇੜੇ ਨਜ਼ਰ ਨਹੀਂ ਆਉਂਦੇ। ਪੱਥਰ ਮਹਿੰਗੇ ਲੱਗ ਗਏ, ਕੋਠੀਆਂ ਮਹਿੰਗੀਆਂ ਬਣ ਗਈਆਂ, ਪਰ ਕੋਠੀ ਅੱਗੇ ਪਤਾ ਕਿਹਨੂੰ ਕਹਿੰਦੇ ਸੀ? ਜਿਹਨੂੰ ਸਜ਼ਾ ਹੋ ਜਾਣੀ ਵੀ ਉਹਨੂੰ ਕੋਠੀ ਲੱਗ ਗਈ। ਅੱਜ ਚੰਗੇ ਭਲੇ ਉਹ ਕੋਠੀ ਵਰਗੀ ਸਜ਼ਾ ਭੋਗ ਰਹੇ ਆ, ਕਿਉਂਕਿ ਪਰਿਵਾਰ ਛੋਟੇ ਹੁੰਦੇ ਜਾ ਰਹੇ ਆ। ਇੱਕ ਇੱਕ ਬੱਚਾ, ਦੋ ਦੋ, ਫਿਰ ਉਹ ਬਾਹਰ ਦਾ ਜਿਹੜਾ ਭੂਤ ਸਵਾਰ ਹੋਇਆ ਉਹ ਇੱਕ ਤਾਂ ਇੱਕ ਵੀ ਬਾਹਰ ਚਲਿਆ ਗਿਆ। ਪਿੱਛੇ ਇੰਨਾ ਵੱਡਾ ਘਰ, ਜੇ 5 ਘਰ 'ਚ ਰੂਮ ਬਣਾਏ ਨੇ ਤੇ ਘੱਟੋ ਘੱਟ 5 ਜਾਣੇ ਤਾਂ ਹੋਣ ਨਾ। ਜੇ 8 ਬੈਡਰੂਮ ਬਣਿਆ ਤੇ 8 ਜਾਣੇ ਤਾਂ ਹੋਣ ਨਾ। ਬੈਡਰੂਮ ਉਹਨੇ ਹੀ ਬਣਿਆ ਪਰ ਰਹਿਣ ਵਾਲੇ ਘੱਟ ਰਹੇ ਆ। ਫਿਰ ਕਿਵੇਂ ਖੇੜਾ, ਕਿਵੇਂ ਖੁਸ਼ੀ ਬਣੇ? ਉਹੀ ਆਪਦੇ ਬਣਾਏ ਘਰ ਹੀ ਡਰਾ ਰਹੇ ਆ। ਫਿਰ ਤੇ ਦੂਸਰੀ ਗੱਲ, ਫਿਰ ਚਿੰਤਾ। ਹੁਣ ਉੱਥੇ ਚਿੰਤਾ ਇੰਨਾ ਪ੍ਰਭਾਵ ਪਾ ਗਈ, ਜਿਸ ਗੱਲ ਨੇ ਚਿੰਤਾ ਖਤਮ ਕਰਨੀ ਸੀ ਉਹ ਰੱਬ ਨਹੀਂ ਯਾਦ ਆ ਰਿਹਾ, ਪਰਮਾਤਮਾ ਨਹੀਂ ਯਾਦ ਆ ਰਿਹਾ। ਅਮਰੀਕਾ ਨੂੰ ਅਸੀਂ ਸਭ ਤੋਂ ਫਾਰਵਰਡ, ਅਗਾਂਹ ਵਧੂ, ਤਾਕਤਵਰ ਦੇਸ਼ ਮੰਨਦੇ ਆ। ਹਰ ਤੀਜਾ ਘਰ ਡਿਪਰੈਸ਼ਨ 'ਚ, ਉੱਥੇ ਹਰ ਤੀਜਾ ਘਰ। ਜਾਪਾਨ ਟੈਕਨੋਲੋਜੀ ਦੇ ਵਿੱਚ ਸਭ ਤੋਂ ਅੱਗੇ, ਹਰ 5ਵਾਂ ਘਰ ਡਿਪਰੈਸ਼ਨ 'ਚ ਉੱਥੇ। ਉਹ ਕਹਿੰਦੇ ਹੁਣ ਕੀ ਕਰੀਏ? ਲੋਕਾਂ ਦੀ ਇੱਛਾ ਹੁੰਦੀ ਆ ਅਮਰੀਕਾ ਜਾ ਕੇ ਸੈੱਟ ਹੋਣਾ, ਚਲੇ ਗਏ। ਉਸ ਤੋਂ ਅੱਗੇ ਹੁਣ ਕੀ ਕਰਨਾ? ਡਾਲਰ ਆ ਗਏ, ਪਾਉਂਡ ਆ ਗਏ, ਪੈਸੇ ਆ ਗਏ, ਸਭ ਕੁਝ ਆ ਗਿਆ। ਮਹਾਰਾਜ ਨੇ ਦੇਖੋ ਇਨਸਾਨ ਕੀ ਕਰਦਾ ਜਦੋਂ ਇਹ ਅਮਰੀਕਾ ਗਿਆ, ਮੰਨ ਲਓ ਕੈਨੇਡਾ, ਕਿਸੇ ਵੀ ਕੰਟਰੀ 'ਚ ਗਿਆ, ਪਰਮਾਤਮਾ ਨੇ ਬਾਂਹ ਫੜੀ, ਕਾਰੋਬਾਰ ਠੀਕ ਹੋਇਆ। 2 4 5 10 ਸਾਲਾਂ ਬਾਅਦ ਵਾਪਸ ਆਉਣ ਲੱਗਿਆ ਇੰਡੀਆ, ਆਪਣੇ ਘਰ ਆਉਣ ਲੱਗਿਆ, ਤੇ ਫਿਰ ਨਾਲ ਦਿਆਂ ਨੂੰ ਦੱਸਦਾ, ਕਹਿੰਦਾ ਦੇਖੋ ਜਿੱਦੇ ਮੈਂ ਆਇਆ 에ਅਰਪੋਰਟ ਤੇ ਉਤਰਿਆ $50 ਹੀ ਸੀ ਸਿਰਫ ਮੇਰੇ ਕੋਲ। ਜਦੋਂ ਆਪਣਾ ਘਰ ਪਰਿਵਾਰ ਮਾਂ-ਬਾਪ ਦੇਸ਼ ਛੱਡ ਕੇ ਆਇਆ ਸੀ ਨਾ, $50 ਹੀ ਸੀ ਮੇਰੇ ਕੋਲ। ਆਹ ਵੇਖੋ ਅੱਜ ਚੱਲਿਆ 50 ਲੱਖ ਬਣਾ ਕੇ ਚੱਲਿਆ। ਮਹਾਰਾਜ ਕਹਿੰਦੇ ਤੈਨੂੰ ਆਹ ਗੱਲ ਤਾਂ ਯਾਦ ਆ ਵੀ ਜਦੋਂ ਮੈਂ ਕੈਨੇਡਾ 'ਚ ਆਇਆ $50 ਲੈ ਕੇ ਆਇਆ ਸੀ, ਅੱਜ 50 ਦਾ 50 ਲੱਖ ਬਣਾ ਕੇ ਵਾਪਸ ਚੱਲਿਆ। ਕਦੇ ਮੇਰੇ ਕੋਲ ਬੈਠ, ਮੈਂ ਤੈਨੂੰ ਦੱਸਾਂ, ਤੂੰ ਜਦੋਂ ਦੁਨੀਆ ਤੇ ਆਇਆ ਸੀ ਤੇਰੇ ਕੋਲੇ ਕੀ ਸੀ, ਤੇ ਜਦੋਂ ਦੁਨੀਆ ਤੋਂ ਜਾਣ ਲੱਗਿਆ ਕੀ ਹੈ ਤੇਰੇ ਕੋਲ? ਜਦੋਂ ਆਇਆ ਸੀ ਉਦੋਂ ਪਤਾ ਕੀ ਸੀ? ਨਾਂਗੇ ਆਵਣ, ਨੰਗਾ ਹੀ ਆਇਆ ਸੀ, ਕੱਪੜੇ ਵੀ ਨਹੀਂ ਸੀ ਤੇਰੇ ਕੋਲ। ਜਦੋਂ ਦੁਨੀਆ ਤੇ ਆਇਆ ਤੇ ਤੈਨੂੰ ਲੱਗਿਆ ਮੈਂ ਬੜਾ ਕੁਝ ਕਮਾ ਲਿਆ, ਬੜਾ ਕੁਝ ਖੱਟ ਲਿਆ, ਤੇ ਹੁਣ ਜਾਣ ਲੱਗੇ ਕੀ ਹੋਇਆ? ਨਾਂਗੇ ਜਾਣਾ। ਨਗਨ ਆਇਆ, ਨੰਗਾ ਹੀ ਜਾਣ ਲੱਗਿਆ। ਇੱਕ ਪਤਾ ਨਹੀਂ ਕਿਸ ਵੇਲੇ ਸਾਡੇ ਬਜ਼ੁਰਗਾਂ ਨੇ ਇਹ ਇੱਕ ਰੀਤ ਬਣਾਈ ਹੋਏਗੀ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਂਦਾ ਸਾਰੇ ਕਹਿੰਦੇ ਵੀ ਮੂੰਹ ਵੇਖ ਲਓ। ਅੱਜ ਕੱਲ ਚਲੋ ਜੇ 2 4 ਦਿਨ ਬਾਡੀ ਰੱਖਣੀ ਹੈ, ਕੋਈ ਫ੍ਰਿਜ ਦੇ ਵਿੱਚ ਉਹ ਡੱਬੇ 'ਚ ਪਾ ਕੇ ਰੱਖਿਆ ਜਾਂਦਾ ਹੈ, ਤੇ ਫਿਰ ਉਹ ਕਹਿੰਦੇ ਆ ਡੱਬਾ ਖੋਲੋ, ਚਾਦਰ ਪਾਸੇ ਕਰੋ, ਵੇਖ ਲਓ। ਸ਼ਾਇਦ ਇਸ ਗੱਲ ਦਾ ਇਹ ਸੰਕੇਤ ਹੈ, ਇਹ ਸੁਨੇਹਾ ਹੈ, ਆ ਲੈ ਡੱਬੇ ਵਿੱਚ ਚਾਦਰ ਚੱਕ ਕੇ ਵੇਖ ਲਾ, ਡੱਬੇ ਦਾ ਮੂੰਹ ਖੋਲ ਕੇ ਵੇਖ ਲਾ, ਜਿਹੜਾ ਦੁਨੀਆ ਤੋਂ ਚੱਲਿਆ ਖਾਲੀ ਹੱਥ ਜਾ ਰਿਹਾ, ਇਹਦੇ ਕੋਲ ਕੁਝ ਨਹੀਂ ਹੈ। ਚੰਗੀ ਤਰ੍ਹਾਂ ਵੇਖ ਲਾ, ਇਹਦੇ ਹੱਥ ਵੀ ਵੇਖ ਲਾ, ਕੁਝ ਨਹੀਂ ਹੈ ਇਹਦੇ ਕੋਲ। ਇਹ ਰੀਤ ਸ਼ਾਇਦ ਇਸੇ ਕਰਕੇ ਬਣੀ ਹੋਏਗੀ, ਪਰ ਇਹ ਕਿਸੇ ਪਾਸੇ ਨੂੰ ਹੋਰ ਚਲੇ ਗਏ, ਸਾਨੂੰ ਮਤਲਬ ਨਹੀਂ ਪਤਾ ਲੱਗ ਰਿਹਾ। ਤਾਂ ਮਹਾਰਾਜ ਕਹਿੰਦੇ ਆ ਪਰਮਾਤਮਾ ਇੱਕੋ ਹੀ ਹੈ ਤੇ ਸਾਰੇ ਉਹਦਾ ਆਪ ਪਰਿਵਾਰ ਹੈ। ਹੁਣ ਰੱਬ ਨੂੰ ਚਿੰਤਾ ਕੋਈ ਨਹੀਂ ਹੈ, ਅਕਾਲ ਪੁਰਖ ਨੂੰ ਚਿੰਤਾ ਕੋਈ ਨਹੀਂ। ਇੰਨੇ ਵੱਡੇ ਆਨੰਦੀ ਸਰੂਪੇ ਇਸੇ ਕਰਕੇ ਹੀ ਆ, ਇੰਨੇ ਵੱਡੇ ਪਰਿਵਾਰ 'ਚ ਸਾਨੂੰ ਇਕੱਲੇ ਆਪਣੇ ਹਲਕੇ, ਆਪਣੇ ਇਲਾਕੇ, ਸ਼ਹਿਰ ਦਾ ਨਹੀਂ ਪਤਾ ਹੋਣਾ ਰੋਜ਼ ਕਿੰਨੇ ਜੰਮ ਰਹੇ ਆ, ਕਿੰਨੇ ਮਰ ਰਹੇ ਆ। ਸਾਨੂੰ ਫਿਰ ਜ਼ਿਲ੍ਹੇ ਦਾ ਨਹੀਂ ਪਤਾ ਹੋਣਾ ਕਿੰਨੇ ਜੰਮ ਰਹੇ ਆ, ਕਿੰਨੇ ਮਰ ਰਹੇ ਆ। ਫਿਰ ਸਾਨੂੰ ਆਪਣੇ ਸੂਬੇ ਦਾ ਨਹੀਂ ਪਤਾ ਹੋਣਾ ਕਿੰਨੇ ਜੰਮ ਰਹੇ ਆ, ਕਿੰਨੇ ਮਰ ਰਹੇ ਆ। ਫਿਰ ਸਾਨੂੰ ਦੇਸ਼ ਦਾ ਵੀ ਆਪਣੇ ਦਾ ਨਹੀਂ ਪਤਾ ਹੋਣਾ, ਕਿੰਨੀ ਦੁਨੀਆ ਆ ਰਹੀ ਆ, ਕਿੰਨੀ ਜਾ ਰਹੀ ਆ। ਪੂਰੇ ਵਰਲਡ ਦੇ ਵਿੱਚ ਕਿੰਨੇ ਲੋਕਾਂ ਦਾ ਜਨਮ ਹੋ ਰਿਹਾ, ਕਿੰਨੇ ਮਰ ਰਿਹਾ, ਕੋਈ ਪਤਾ ਨਹੀਂ। ਰੱਬ ਆਨੰਦੀ ਸਰੂਪੇ, ਇਹ ਸਾਰਾ ਉਹਦਾ ਪਰਿਵਾਰ ਹੈ। ਇੱਥੇ ਲੱਖਾਂ ਕਰੋੜਾਂ ਦੀ ਗਿਣਤੀ 'ਚ ਆ ਰਹੇ ਆ, ਉਹ ਖੁਸ਼ ਨਹੀਂ ਹੁੰਦਾ। ਲੱਖਾਂ ਕਰੋੜਾਂ ਦੀ ਗਿਣਤੀ 'ਚ ਇੱਥੋਂ ਜਾ ਰਹੇ ਆ, ਉਹਨੂੰ ਚਿੰਤਾ ਕੋਈ ਨਹੀਂ ਹੈ, ਕਿਉਂਕਿ ਜਿੱਥੋਂ ਆਏ ਲੋਕ ਉਧਰ ਨੂੰ ਹੀ ਵਾਪਸ ਤੁਰੇ ਜਾ ਰਹੇ ਆ। ਇਸ ਕਰਕੇ ਉਹ ਆਨੰਦੀ ਸਰੂਪੇ ਪਰਮਾਤਮਾ ਇੰਨੇ ਵੱਡੇ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ, ਕੋਈ ਇੱਥੇ ਆਵੇ, ਕੋਈ ਇੱਥੋਂ ਜਾਵੇ, ਨਾ ਉਹਨੂੰ ਖੁਸ਼ੀ ਹੈ ਤੇ ਨਾ ਉਹਨੂੰ ਕੋਈ ਗਮੀ ਹੈ, ਨਾ ਉਹ ਹੱਸਦਾ ਤੇ ਨਾ ਉਹ ਰੋਂਦਾ। ਸਤ ਚਿਤ ਆਨੰਦ ਸਰੂਪ ਵਿੱਚ ਵਸਿਆ ਹੋਇਆ, ਆਨੰਦੀ ਸਰੂਪ। ਇਸੇ ਕਰਕੇ ਉਹ ਸੋਹਣਾ ਬਹੁਤ ਹੈ, ਕਿਉਂਕਿ ਉਹਨੂੰ ਚਿੰਤਾ ਕੋਈ ਨਹੀਂ। ਚਿੰਤਾ ਇਨਸਾਨ ਦਾ ਰੰਗ ਰੂਪ ਖੋ ਲੈਂਦੀ ਹੈ, ਚਿਹਰੇ ਦਾ ਜਲਾਲ ਖੋ ਲੈਂਦੀ ਹੈ। ਰੱਬ ਨੂੰ ਕੋਈ ਚਿੰਤਾ ਨਹੀਂ, ਇਸੇ ਕਰਕੇ ਉਹ ਸਾਹਿਬੇ ਕਮਾਲ ਹੈ, ਸਾਹਿਬੇ ਜਲਾਲ ਹੈ।
जलाल का मतलब तेज प्रताप, जमाल का मतलब सुंदरता। ना वह कोई तेज प्रताप खो सकता है तो ना वो कोई सुंदरता खो सकता है। तो इन्ना परमात्मा वो उस खेड़े में ऐसे करके ही, क्योंकि हुक्म ही हुक्म चलाए राह नानक विगसै बेपरवाह है। परवाह नहीं कोई, जेड़ा बेपरवाह आम भी अपने घर च कई बार आप कहते ना बच्चा साडा बड़ा बेपरवाह जी, जेड़ा बेपरवाह होएगा ना दूजिਆਂ नालों हेल्दी होएगा, ਉਹਦੀ सेहत ਉਹਦੇ हट पैर बड़े खुले होणगे, क्योंकि चिंता ही नहीं कोई, ਉਹ ਗੱਲ ਮਨ ਤੇ ਲਾਉਂਦਾ ਹੀ ਨਹੀਂ, ਬੇਪਰਵਾਹ ਹੈ। ਤੇ ਰੱਬ ਤਾਂ ਸਭ ਤੋਂ ਵੱਡੇ ਬੇਪਰਵਾਹ ਨਾ, ਉਹਨੂੰ ਕਿਸੇ ਆਏਗੇ ਦੀ ਕੋਈ ਚਿੰਤਾ ਖੁਸ਼ੀ ਗਮੀ ਨਹੀਂ। ਤਾਂ ਮਹਾਰਾਜ ਸਾਹਿਬ ਕਹਿੰਦੇ ਆ ਭਾਈ ਜਿਹੜੀ ਅਵਸਥਾ, ਜੇ ਕਿਤੇ ਇਹੋ ਜਿਹੀ ਅਵਸਥਾ ਇਨਸਾਨ ਦੀ ਬੇਪਰਵਾਹੀ ਵਾਲੀ ਬਣ ਜਾਏ, ਬਣ ਜਾਂਦੀ ਆ ਜਿਹੜੇ ਉਹਦੇ ਨਾਲ ਜੁੜ ਜਾਣ, ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਪਰਵਾਹ ਨਾ ਹੀ ਕਿਸੇ ਕਰੀ। ਬਾਜ ਸੱਚੇ ਨਾ ਉਹਨਾਂ ਨੂੰ ਰੱਬ ਤੋਂ ਬਿਨਾਂ ਪਰਵਾਹੀ ਕਿਸੇ ਦੀ ਨਹੀਂ ਰਹਿੰਦੀ, ਜਿਹੜੇ ਉਹਦੇ ਨਾਲ ਜੁੜ ਜਾਣ। ਬੇਅੰਤ ਗੁਰਸਿੱਖਾਂ ਦੇ ਜੀਵਨ, ਭਾਈ ਸਾਹਿਬ ਭਾਈ ਭਿਖਾਰੀ ਵਰਗੇ, ਬੱਚੇ ਦਾ ਘਰ ਵਿੱਚ ਵਿਆਹ ਰੱਖਿਆ, ਕੋਈ ਖੁਸ਼ੀ ਨਹੀਂ, ਅਗਲੀ ਰਾਤ ਬੱਚਾ ਚੜ੍ਹਾਈ ਕਰ ਗਿਆ, ਕੋਈ ਦੁੱਖ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਔਰ ਭੈਣੀ ਜਾ ਕੇ ਕੰਚਨ ਮਾਟੀ। ਇਹ ਗੱਲ ਸ਼ਬਦ ਬੜੇ ਸੌਖੇ ਹੋਣਗੇ ਕਹਿਣ ਲਈ ਤੇ ਅਰਥ ਵੀ ਇਹਦੇ ਬੜੇ ਸੌਖੇ ਹੋਣਗੇ ਕਰਨ ਲਈ, ਪਰ ਜਦੋਂ ਇਹਨੂੰ ਜੀਵਨ ਚ ਕਮਾਉਣਾ, ਦੁੱਖ ਨੂੰ ਦੁੱਖ ਹੀ ਨਾ ਕੋਈ ਮੰਨੇ, ਕਿਵੇਂ ਬੜਾ ਔਖਾ ਕੰਮ ਹੈ ਇਹਦਾ। ਧੰਨ ਗੁਰੂ ਗੋਬਿੰਦ ਸਿੰਘ, ਮੈਂ ਫਿਰ ਬੇਨਤੀ ਕਰਾਂ, ਸਾਡੇ ਗੁਰੂ ਸਾਹਿਬਾਨਾਂ ਨੇ ਇੱਕ ਇੱਕ ਪ੍ਰੈਕਟੀਕਲ ਵਿੱਚ ਇਹ ਸਾਰਾ ਕੁਝ ਕਰਕੇ ਵਿਖਾਇਆ। ਇਹ ਨਹੀਂ ਕਿ ਸ਼ਬਦ ਕਹਿ ਕੇ ਚਲੇ ਗਏ। ਪਿਤਾ ਦਾ ਘਰ ਵਿੱਚ ਇਕੱਲਾ ਸੀਸ ਆਵੇ, ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ? ਕੋਈ ਰੱਬ ਨੂੰ ਉਲਾਮਾ ਨਹੀਂ। ਅੱਖਾਂ ਦੇ ਸਾਹਮਣੇ ਦੋ ਪੁੱਤ ਸ਼ਹਾਦਤ ਦਾ ਜਾਮ ਪੀ ਰਹੇ ਹੋਣ, ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ? ਇੱਥੇ ਬੱਚੇ ਦਾ ਆਪਰੇਸ਼ਨ ਹੋਣਾ ਹੋਵੇ, ਮਾਂ ਬਾਪ ਕੋਲੇ ਨਹੀਂ ਖੜ ਸਕਦੇ, ਬੱਚੇ ਨੂੰ ਸੱਟ ਲੱਗੇ ਉਹਦਾ ਦਰਦ ਨਹੀਂ, ਜਿਹੜੀ ਉਹਦੀ ਪੀੜ ਬੱਚੇ ਨੂੰ ਹੁੰਦੀ ਹੈ, ਤਕਲੀਫ ਮਾਪਿਆਂ ਨੂੰ ਹੁੰਦੀ ਹੈ। ਇਹੋ ਜਿਹਾ ਰਿਸ਼ਤਾ। ਲੇਕਿਨ ਇੱਥੇ ਪਿਤਾ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਕੁਰਬਾਨ ਸ਼ਹੀਦ ਕਰਾ ਰਹੇ ਨੇ, ਰੱਬ ਨੂੰ ਉਲਾਮਾ ਨਹੀਂ। ਕੈਸੀ ਬੇਪਰਵਾਹੀ ਹੈ, ਬਲਕਿ ਜਕਾਰੇ ਛੱਡੇ ਜਾ ਰਹੇ ਆ, ਪਰਮਾਤਮਾ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਨਾਲ ਸ਼ਬਦ ਪੜੇ ਜਾ ਰਿਹਾ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੋ ਸੁਖ ਹੋਏ। ਇਹ ਰੱਬ ਨੇ ਦਾਤ ਦਿੱਤੀ ਸੀ, ਅੱਜ ਉਹਨੇ ਵਾਪਸ ਲੈ ਲਈ। ਸ਼ੁਕਰਾਨਾ ਪਰਮਾਤਮਾ, ਮੇਰੇ ਸਿਰ ਭਾਰ ਸੀ, ਅੱਜ ਉਹ ਭਾਰ, ਅੱਜ ਉਹ ਕਰਜ਼ਾ ਹੌਲਾ ਹੋਇਆ। ਇੱਥੇ ਕਿਸੇ ਦਾ ਪੁੱਤ ਚਲਿਆ ਜਾਵੇ, ਉਹ ਕਹਿੰਦੇ ਸਾਡੀ ਦੁਨੀਆ ਹੀ ਉਜੜ ਗਈ, ਸਾਡਾ ਘਰ ਹੀ ਉਜੜ ਗਿਆ, ਚਾਹੇ ਜਿੰਨਾ ਕੁਛ ਮਰਜ਼ੀ ਹੋਵੇ। ਪਰ ਸਤਿਗੁਰੂ ਪਾਤਸ਼ਾਹ ਇਹੋ ਜਿਹਾ ਜੀਵਨ ਸਾਨੂੰ ਆਪ ਜਿਉਂ ਕੇ ਦਿਖਾ ਕੇ ਗਏ ਨੇ ਤੇ ਜਿਉਣਾ ਸਿਖਾ ਕੇ ਗਏ ਨੇ। ਪਰਮਾਤਮਾ ਕੀ ਹੈ? ਸਤ ਸੁਹਾਣ ਸਦਾ ਮਨ ਚਾਓ। ਉਹ ਆਨੰਦੀ ਸਰੂਪੇ ਸਦਾ ਹੀ ਪਰਮਾਤਮਾ ਦੇ ਭਾਈ ਮਨ ਵਿੱਚ ਚਾਅ ਬਣਿਆ ਰਹਿੰਦਾ, ਕਦੇ ਦੁੱਖ ਨਹੀਂ, ਕਦੇ ਝੋਰਾ ਨਹੀਂ, ਕਦੇ ਚਿੰਤਾ ਨਹੀਂ, ਕਦੇ ਉਹਨੂੰ ਉਦਾਸੀ ਨਹੀਂ, ਕਦੇ ਨਿਰਾਸ਼ਤਾ ਨਹੀਂ, ਸਦਾ ਚਾਹ ਵਿੱਚ ਹੈ। ਚਾਹ ਵਿੱਚ ਹੀ ਤਾਂ ਦੁਨੀਆ ਸਾਜ ਦਿੱਤੀ ਉਹਨੇ, ਆਪੀ ਨੇ ਆਪ ਸਾਜਿਓ, ਆਪੀ ਨਾ ਰਚਿਓ ਨਾਓ, ਦੁਈ ਕੁਦਰਤ ਸਾਜਿਆ ਕਰ ਆਸਣ ਡਿਠੋ। ਇੱਕ ਚਾਹ ਦੇ ਨਾਲ ਇਹ ਸਾਰਾ ਕੁਝ ਵੇਖ ਰਿਹਾ ਹੈ, ਤਾਂ ਸਦਾ ਹੀ ਉਹਦੇ ਚਾਹ ਹੈ। ਨਮੋ ਸਰਬ ਮਾਨੇ, ਵਾਹਿਗੁਰੂ ਸਾਰੇ ਤੈਨੂੰ ਮੰਨਦੇ ਨੇ, ਇਸੇ ਕਰਕੇ ਮੈਂ ਵੀ ਤੈਨੂੰ ਮੰਨਦਾ ਤੇ ਤੈਨੂੰ ਨਮਸਕਾਰ ਕਰਦਾ। ਗੁਰੂ ਗੋਬਿੰਦ ਸਿੰਘ ਕਹਿ ਰਹੇ, ਤੈਨੂੰ ਵੱਡੇ ਵੱਡੇ ਲੋਕ, ਰਾਜੇ ਮਹਾਰਾਜੇ, ਜਿਨ੍ਹਾਂ ਦਾ ਦੁਨੀਆ ਤੇ ਸਨਮਾਨ ਬਹੁਤ ਹੈ ਨਾ, ਸਨਮਾਨ ਵਾਲੇ ਲੋਕ ਵੀ ਤੇਰਾ ਸਨਮਾਨ ਕਰ ਰਹੇ, ਤੈਨੂੰ ਮੰਨ ਰਹੇ ਆ। ਜਿਨ੍ਹਾਂ ਦੇ ਹੁਕਮ ਦੁਨੀਆ ਮੰਨਦੀ ਹੈ, ਉਹ ਹੁਕਮ ਚਲਾਉਣ ਵਾਲੇ ਵੀ ਤੇਰੇ ਹੁਕਮ ਵਿੱਚ ਨੇ, ਤੈਨੂੰ ਮੰਨ ਰਹੇ ਆ। ਉਹ ਤੇਰੇ ਭਾਣੇ ਵਿੱਚ ਨੇ, ਰਾਜੇ ਮਹਾਰਾਜੇ ਸ਼ਹਿਨशाह ਸਾਰੇ ਤੈਨੂੰ ਸਜਦੇ ਕਰ ਰਹੇ ਨੇ। ਮਹਾਰਾਜ ਸਾਹਿਬ ਦਾ ਇੱਕ ਬਚਨ, ਪੀਰ ਪੈਗੰਬਰ ਸੇਖ ਮਸਾਇਕ ਔਲੀਏ। ਪੀਰ ਫਕੀਰ ਜਿੰਨੇ ਆਏ ਜਾਂ ਜਿੰਨੇ ਹੈ ਨੇ, ਪੈਗੰਬਰ ਹੋਣ, ਸ਼ੇਖ ਹੋਣ, ਮਸਾਇਕ ਹੋਣ, ਔਲੀਏ ਹੋਣ, ਓਤ ਪੋਤ ਨਿਰੰਕਾਰ ਘਟ ਘਟ ਮੌਲੀਏ, ਸਾਰੇ ਹੀ ਤੇਰੀ ਰਜ਼ਾ ਵਿੱਚ ਰਹਿ ਕੇ ਗਏ ਨੇ ਤੇ ਰਹਿਣਾ ਸਿਖਾ ਕੇ ਗਏ ਨੇ। ਕੋਈ ਵੀ ਤੇਰੇ ਹੁਕਮ ਤੋਂ ਬਾਹਰ ਨਹੀਂ ਗਿਆ। ਜਿਹੜਾ ਗਿਆ ਉਹਨਾਂ ਦੇ ਨਾਮ ਵੀ ਜ਼ਿਕਰ ਜਿਹੜੇ ਮਿਲਦੇ ਨੇ, ਜਿਹੜੇ ਆਪਣੀ ਮਰਜ਼ੀ ਨਾਲ ਚੱਲੇ ਉਹਨਾਂ ਨੂੰ ਰੋਣਾ ਪਿਆ, ਰੋਵੈ ਰਾਜਾ ਜਨਮੇਜਾ ਖੋਏ ਗਿਆ, ਇੱਕ ਹੀ ਕਾਰਨ ਪਾਪੀ ਰੋਵੈ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰਹਿਤ। ਇਹ ਰੋਂਦੇ ਨਜ਼ਰ ਆਏ ਜਿਹੜੇ ਆਪਣੇ ਹੁਕਮ ਵਿੱਚ ਆਪਣੀ ਮਰਜ਼ੀ ਨਾਲ ਚੱਲੇ, ਜਿਹੜੇ ਤੇਰੇ ਹੁਕਮ ਤੋਂ ਬਾਹਰ ਹੋਏ, ਜਿਹੜੇ ਤੇਰੇ ਹੁਕਮ ਵਿੱਚ ਚੱਲੇ। ਮਹਾਰਾਜ ਕਹਿੰਦੇ ਉਹਨਾਂ ਨੂੰ ਕੁਛ ਨਹੀਂ ਹੋਇਆ। ਸਮਸਤੀ ਨਿਧਾਨੇ, ਸਮਸਤੀ ਦਾ ਅਰਥ ਉਰਦਾ ਸਾਰੇ ਤੇ ਨਿਧਾਨੇ ਦਾ ਅਰਥ ਹੁੰਦਾ ਖਜ਼ਾਨਾ। ਪਰਮਾਤਮਾ ਤੈਨੂੰ ਨਮਸਕਾਰ। ਜਿੰਨੇ ਵੀ ਸੰਸਾਰ ਵਿੱਚ ਗੁਣ ਨੇ, ਜਿੰਨੇ ਵੀ ਸੰਸਾਰ ਵਿੱਚ ਪਦਾਰਥ ਨੇ, ਸਾਰਿਆਂ ਦਾ ਮਾਲਕ ਤੂੰ ਹੈ। ਸਾਰੇ ਗੁਣ, ਸਾਰੇ ਪਦਾਰਥ, ਸਭ ਕੁਝ,
ਸਾਰੀਆਂ ਇਹ ਚੀਜ਼ਾਂ, ਇਹ ਸਾਰੀਆਂ ਸੁਗਾਤਾਂ ਦੇਣ ਵਾਲਾ ਤੂੰ ਆਪ ਹੈ। ਇਹ ਭੰਡਾਰੇ ਕਿਸੇ ਹੋਰ ਨੂੰ ਨਹੀਂ ਦਿੱਤੇ ਹੋਏ। ਹਾਂ, ਤੇਰਾ ਇੱਕ ਸਰਗੁਣ ਸਰੂਪ ਵੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਜਾਂ ਤੂੰ ਇਹ ਇੱਥੋਂ ਬਖਸ਼ਿਸ਼ ਕਰ ਦਿੰਦਾ ਤੇ ਬਖਸ਼ਿਸ਼ਾਂ ਸਾਰੀਆਂ ਤੇਰੀਆਂ, ਖਜ਼ਾਨਾ ਸਾਰਾ ਤੇਰਾ। ਗੁਰੂ ਗ੍ਰੰਥ ਸਾਹਿਬ ਮਾਰੇ ਵਰਤਾ ਰਹੇ ਨੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਸਾਰਾ ਕੁਝ ਇਸ ਘਰ ਵਿੱਚ ਪਿਆ ਤੇ ਝੋਲੀਆਂ ਭਰ ਭਰ ਤੁਰੀ ਜਾ ਰਹੇ ਹੋ ਸਾਰਿਆਂ। ਇਸੇ ਕਰਕੇ ਵੰਡਿਆ ਜਾ ਰਿਹਾ ਕਿਉਂਕਿ ਸਾਰੇ ਖਜ਼ਾਨਿਆਂ ਦੇ ਮਾਲਕ ਤੁਸੀਂ ਹੋ। ਸਾਰੇ ਖਜ਼ਾਨੇ ਤੁਹਾਡੇ ਨੇ। ਜੇ ਵਡਾਵ ਤੇਵੜ ਤੇਰੀ ਦਾਤ। ਔਰ ਇੰਨੇ ਵੱਡੇ ਖਜ਼ਾਨੇ ਮੁੱਕਣ ਵਾਲੇ ਨਹੀਂ, ਉਹ ਖਜ਼ਾਨੇ ਘਟਣ ਵਾਲੇ ਨਹੀਂ। ਔਰ ਤੂੰ ਕਦੇ ਉਹ ਖਜ਼ਾਨਿਆਂ ਵਿੱਚੋਂ ਵਰਤਾ ਕੇ ਨਾ ਪਛਤਾਉਣਾ ਤੇ ਨਾ ਇਹ ਸੋਚਦਾ ਵੀ ਇਹਨੂੰ ਮੈਂ ਕਿਉਂ ਦੇ ਦਿੱਤਾ। ਇਸ ਤਰ੍ਹਾਂ ਦਾ ਕੁਝ ਨਹੀਂ। ਹਾਂ, ਇੱਥੇ ਲੋਕ ਆਉਂਦੇ ਆ, ਪਦਾਰਥ ਤੂੰ ਜੋ ਕੁਛ ਪਾਇਆ ਸੋ ਇੱਕਾ ਵਾਰ, ਜੋ ਕੁਛ ਬਣਾਇਆ ਤੂੰ ਇੱਕੋ ਵਾਰ ਬਣਾ ਦਿੱਤਾ, ਇੱਕੋ ਵਾਰ ਸਾਰਾ ਕੁਛ ਕਰ ਦਿੱਤਾ। ਮਾਲਕ ਬਦਲ ਰਹੇ ਨੇ। ਮਾਲਕ ਜਿਵੇਂ ਆ ਤੁਸੀਂ ਸੈਕਿੰਡ ਹੈਂਡ ਗੱਡੀ ਲੈਣੀ ਹੋਵੇ, ਪੁੱਛ ਦਿਓ ਫਸਟ ਓਨਰ ਹੈ ਕਿ ਸੈਕਿੰਡ ਕਿ ਥਰਡ ਓਨਰ ਆ, ਵੀ ਕਿੰਨੇ ਕੁ ਮਾਲਕ ਇਹਦੇ ਸਾਡੇ ਤੋਂ ਪਹਿਲਾਂ ਸੀ। ਗੱਡੀਆਂ ਦੀ ਗੱਲ ਨਹੀਂ, ਇੱਥੇ ਜ਼ਮੀਨਾਂ, ਘਰਾਂ, ਜਿੱਥੇ ਜਿਸ ਆਸਣ ਹਮ ਵੈਸੇ ਕਿਤੇ ਵੈਸ ਗਿਆ। ਜਿੱਥੇ ਅੱਜ ਆਪਾਂ ਘਰ ਪਾਈ ਬੈਠੇ ਆ, ਇਦੋਂ ਪਹਿਲਾਂ ਪਤਾ ਨਹੀਂ ਕਿੰਨੇ ਕਾਗੇ ਚਲੇ ਗਏ। ਕਿਸੇ ਜ਼ਮੀਨ ਦਾ ਰੌਲਾ ਹੋਵੇ ਨਾ, ਜਦੋਂ ਉਹਦੇ ਫਿਰ ਪੂਰੀਆਂ ਫਰਦਾਂ, ਪੁਰਾਣਾ ਰਿਕਾਰਡ ਕਢਾਉਨੇ ਆ, ਪਤਾ ਹੀ ਨਹੀਂ ਕਿੰਨੇ ਕੁ ਮਾਲਕਾਂ ਦੇ ਨਾਂ ਆ ਜਾਂਦੇ ਆ। ਕਿੰਨੇ ਕੁ ਮਾਲਕ, ਕਿੱਥੋਂ ਉਹ ਗੱਲ ਚੱਲੀ ਆ ਰਹੀ ਹੈ। ਪਦਾਰਥ ਇੱਥੇ ਹੀ ਰਹਿ ਜਾਂਦੇ ਆ, ਪਦਾਰਥ ਭੋਗਣ ਵਾਲੇ ਚਲੇ ਜਾਂਦੇ ਆ। ਅੱਜ ਮਾਲਕ ਮਾਰੇ ਕਹਿੰਦੇ 4 ਦਿਨ ਤੈਨੂੰ ਚਾਅ ਚੜਿਆ ਵੀ ਮੇਰੇ ਨਾਲ ਰਜਿਸਟਰੀ ਹੋ ਗਈ, 4 ਦਿਨਾਂ ਬਾਅਦ ਕਿਸੇ ਦੇ ਨਾਲ ਹੋਰ ਹੋ ਜਾਣੀ ਹੈ। ਫਿਰ ਉਹਨੂੰ ਚਾਅ ਚੜਿਆ ਰਹੇਗਾ, ਉਹ ਤੋਂ ਬਾਅਦ ਕਿਸੇ ਦੇ ਨਾਲ ਹੋਰ ਹੋ ਜਾਣੀ ਹੈ। ਇਹ ਸਿਲਸਿਲਾ ਚੱਲਦਾ ਆ ਰਿਹਾ, ਚੱਲ ਰਿਹਾ ਤੇ ਚੱਲਦਾ ਰਹੇਗਾ। ਤੂੰ ਚਲਾਏਮਾਨ ਨਾਲ ਨਾ ਜੁੜ, ਉਹਦੇ ਨਾਲ ਜੁੜ ਜਿਹੜਾ ਚਲਾਏਮਾਨ ਨਹੀਂ, ਜਿਹੜਾ ਸਦਾ ਤੇ। ਤਾਂ ਹੀ ਮਾਰੇ ਕਹਿੰਦੇ ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾ। ਕੀ ਮੰਗਾ, ਕੁਛ ਵੀ ਨਾ, ਸਮਝ ਹੀ ਨਹੀਂ ਆ ਰਿਹਾ ਵੀ ਇੱਥੇ ਰਹਿਣਾ ਕੀ ਹੈ। ਸਾਰਾ ਕੁਛ ਤਾਂ ਜਾ ਰਿਹਾ। ਜੋ ਦਿਸੈ ਸੋ ਸਗਲ ਵਿਨਾਸ਼ੈ। ਸਭ ਕੁਛ ਖਤਮ, ਫਨਾ ਹੋਏਗਾ। ਮੈਨੂੰ ਬਸ ਆਪਣਾ ਨਾਮ ਦੇ ਦਿਓ, ਕਿਉਂਕਿ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਮੈਨੂੰ ਉਹ ਨਾਮ ਦਿਓ ਜਿੱਥੇ ਮੇਰੇ ਨਿੱਜੀ ਰਿਸ਼ਤੇ ਵੀ ਮੇਰੇ ਨਾਲ ਨਹੀਂ ਹੋਣਗੇ, ਪਰ ਤੂੰ ਨਾਲ ਹੋਏਗਾ, ਨਾਮ ਕਰਕੇ ਹੋਏਗਾ। ਤੇਰੀ ਯਾਦ ਮੇਰੇ ਕੋਲ ਹੋਏਗੀ ਤੇ ਮੇਰੇ ਨਾਲ ਹੋਏਗਾ। ਮੈਨੂੰ ਇਸ ਗੱਲ ਦਾ ਮਾਣ ਔਰ ਭਰੋਸਾ ਹੋਏਗਾ ਕਿ ਰੱਬ ਮੇਰੇ ਨਾਲ ਹੈ, ਮੈਂ ਇਕੱਲਾ ਨਹੀਂ। ਉਸ ਪਰਮਾਤਮਾ ਨੂੰ ਭਾਈ ਸਿਮਰੀਏ, ਧਿਆਨ ਧਰੀਏ, ਉਹਦਾ ਸ਼ੁਕਰਾਨਾ ਕਰੀਏ, ਉੱਠਦੇ ਬਹਿੰਦੇ ਉਹਦਾ ਧੰਨਵਾਦ ਕਰੋ, ਉਹਦਾ ਨਾਮ ਲਓ। ਜਿਹੜਾ ਲੋਕ ਪਰਲੋਕ ਦਾ ਰੱਖਿਅਕ ਹੈ ਸਾਡਾ, ਜਿਹਨੇ ਲੋਕ ਤੇ ਪਰਲੋਕ ਵਿੱਚ ਸਾਡੀ ਬਾਂਹ ਫੜਨੀ ਹੈ। ਜਿੱਥੇ ਕੋਈ ਨਹੀਂ ਹੋਏਗਾ ਉੱਥੇ ਸਾਡੇ ਨਾਲ ਪਰਮਾਤਮਾ ਖੜੇਗਾ। ਤਾਂ ਜੇ ਅਸੀਂ ਜਪਿਆ ਹੋਏਗਾ, ਉਹਨੂੰ ਸਿਮਰਿਆ ਹੋਏਗਾ, ਧਿਆਨ ਧਰਿਆ ਹੋਏਗਾ, ਜੇ ਉਹਦਾ ਸ਼ੁਕਰਾਨਾ ਕੀਤਾ ਹੋਏਗਾ, ਉਹਦਾ ਧੰਨਵਾਦ ਕੀਤਾ ਹੋਏਗਾ, ਫਿਰ ਰੱਬ ਵੀ ਸਾਡੇ ਨਾਲ ਨਾਲ ਸਾਡੀ ਪ੍ਰੋਟੈਕਸ਼ਨ ਦੇ ਵਿੱਚ ਚੱਲੇਗਾ। ਹਰ ਸਾਡੇ ਕਾਰਜ ਵੀ ਸਾਰੇ ਉਸ ਵਾਰੇਗਾ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਾਰੇ ਵਿਘਨਾਂ ਦਾ ਨਾਸ਼ ਵੀ ਕਰੇਗਾ, ਦੁੱਖਾਂ ਦਾ ਨਾਸ਼ ਵੀ ਕਰੇਗਾ। ਹਰ ਪਲ ਸਾਡੀ ਰੱਖਿਆ ਕਰੇ। ਜੋ ਸਾਡੇ ਲਈ ਚੰਗਾ ਉਹ ਪਰਮਾਤਮਾ ਆਪਣੇ ਆਪ ਕਰੇਗਾ। ਸੋ ਰਹਿਮਤ ਕਰਨ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਹੋਵੇ, ਸਾਡੀ ਤੁਹਾਡੀ ਸਾਰਿਆਂ ਦੀ ਪਰਮੇਸ਼ਰ ਨਾਲ ਸਾਂਝ ਬਣੇ, ਜਿਸ ਕਰਕੇ ਇਹ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ। ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਆਓ ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ 'ਚ ਹਾਜ਼ਰੀ ਲਵਾਇਓ। ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਵੱਜ ਕੇ ਰਸਨਾ ਪਵਿੱਤਰ ਕਰਿਓ ਜੀ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ